सतनाम श्री वाहिगुरु साहिब जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच चक्कर चिन्ह अरबन जात अरपात नहन जेह रूप रंग अर रेख पेख को कह ना सख्त के अचल मूरत अनुभव प्रकाश अमितोज कहजै कोट इंद्र इंद्राण साहे साहान गणिजै त्रिभुवन महीप सुर नर असुर नेत नेत भांतरण कहत त्वै सर्वनाम कथय कवन कर्म नाम वर्णत सुमत कहाँ बुद्ध प्रभुतोष हमारी वर्ण सकै महिमा जो तिहारी हम ना सख्त कर सिफत तुम्हारी आप लिहो तुम कथा सुधारी हो आया दूरों चल कै मैं तकी तव शरणाय जियो मैं आशा रखी चित में मेरा सबो दुख गवाए जियो ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास हर कृपा ते संत भेटिया नानक मन प्रगास सतनाम श्री वाहिगुरु साहिब जी। श्लोक महला तीजा। भगत जना को आप तुठा मेरा प्यारा आपे लयन जन लाए पात साही भगत जना को दितियन सिर छत सच्चा हर बनाए भगत जना को आप तुठा मेरा प्यारा आपे लयन जन लाए पात साही भगत जना को दितियन सिर छत सच्चा हर बनाए सदा सुखिए निर्मले सतगुर की कार कमाए राजे होए ना आखिए भेड़ मरह फिर जूनी पाहे नानक बिन नावै नक्की वड्डी फिर है शोभा मूल न पाहि महला तीजा। सुन सिखिया साधना आयो जिचिर गुरमुख शब्द न लागै सतगुर सेवै नाम मन वसै विचो भ्रम भव भागै जेहा सतगुर नूं जाणै तेहो होवै ता सच नाम लिव लागै नानक नाम मिलै वडियाई हर दर सूहन आगै पौड़ी गुर सिखा मन हर प्रीत है गुर पूजन आवह हर नाम वड़ंजह रंग स्यों लाहा हर नाम लै जावह गुर सिखा के मुख उजले हर दरगह भावह गुर सतगुर बोहल हर नाम का वड भागी सिख गुण सांझ करावह तिना गुर सिखां कौ हौ वारिया जो बहदियां उठदियां हर नाम ध्यावह गुर सतगुर बोहल हर नाम का वड भागी सिख गुण सांझ करावह तिना गुर सिखां कौ हौ वारिया जो बहदियां उठदियां हर नाम ध्यावह। वाहिगुरु जी का खालसा वाहिगुरु जी की फतेह।
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆ ਦੇ ਵਾਲੀ, ਚਬਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਕਰਨਾ ਨਿਧਾਨ, ਅੰਤਰਜਾਮੀ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜੂਰ ਸੱਜੇ ਹੋਏ ਦੀਵਾਨਾਂ ਵਿੱਚ ਨਾਮ ਦੀ ਵਰਖਾ ਹੋ ਰਹੀ ਹੈ। ਵਡਭਾਗੀ ਜਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨੇਤਰਾਂ ਦੀ ਸਫਲਤਾ ਕੀਤੀ। ਉੱਥੇ ਕੰਨਾਂ ਰੂਪੀ ਡੋਨਿਆਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਨਾਮ ਰਸ ਨੂੰ, ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸ ਰਾਗ ਦੀ ਵਾਰ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਚੱਲਦੀਆਂ ਪਈਆਂ ਨੇ। ਕੱਲ ਆਪਾਂ ਵਿਚਾਰ ਕੀਤੀ ਸੀ ਇਸ ਸਲੋਕ ਦੀ। ਸਲੋਕ ਮਹੱਲਾ ਤੀਜਾ, ਭਗਤ ਜਨਾਂ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਣ ਜਨ ਲਾਈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ। ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਭਗਤਾਂ ਤੇ ਪ੍ਰਸੰਨ ਹੁੰਦਾ ਤੇ ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ। ਭਗਤਾਂ ਦੇ ਸਿਰ ਤੇ ਵਡਿਆਈ ਦਾ ਐਸਾ ਛਤਰ ਚਲਾਉਂਦਾ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਜਦੋਂ ਤੱਕ ਇਹ ਸੰਸਾਰ, ਇਹ ਸੂਰਜ, ਇਹ ਚੰਦਰਮਾ, ਇਹ ਦੁਨੀਆ ਰਹੇਗੀ ਉਦੋਂ ਤੱਕ ਭਗਤਾਂ ਦੀ ਵਡਿਆਈ ਦੇ ਇਹ ਜੈ ਜੈਕਾਰ ਹੁੰਦੀ ਰਹਿਣੀ। ਕਿਉਂਕਿ ਭਗਤਾਂ ਦੇ ਸਿਰ ਤੇ ਵਡਿਆਈ ਦਾ ਛਤਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਚਲਾਇਆ। ਤਿੰਨਾਂ ਲੋਕਾਂ ਦੀ ਪਾਤਸ਼ਾਹੀ ਅਕਾਲ ਪੁਰਖ ਵਾਹਿਗੁਰੂ ਨੇ ਭਗਤਾਂ ਨੂੰ ਆਪ ਬਖਸ਼ੀ ਹੈ। ਪਰਮਾਤਮਾ ਦੀ ਦਿੱਤੀ ਹੋਈ ਵਡਿਆਈ ਫਿਰ ਸਾਧ ਸੰਗਤ ਜੀ ਕੋਈ ਖੋ ਨਹੀਂ ਸਕਦਾ, ਕੋਈ ਘਟਾ ਨਹੀਂ ਸਕਦਾ। ਇਸ ਸਲੋਕ ਦੀ ਵਿਚਾਰ ਆਪਾਂ ਕੱਲ ਕੀਤੀ ਸੀ ਤੇ ਅਗਲਾ ਸਲੋਕ ਸੀ ਤੀਸਰੇ ਪਾਤਸ਼ਾਹ ਜੀ ਦਾ, ਮਹੱਲਾ ਤੀਜਾ। ਸੁਣ ਸਿੱਖਿਆ ਸਾਧ ਨ ਆਇਓ, ਜਿਚਰ ਗੁਰਮੁਖ ਸ਼ਬਦ ਨ ਲਾਗੇ। ਜਿੰਨੀ ਦੇਰ ਸ਼ਬਦ ਵਿੱਚ ਸਾਡਾ ਮਨ ਨਹੀਂ, ਸਾਡੀ ਸ਼ਰਧਾ ਨਹੀਂ, ਭਾਵਨਾ ਨਹੀਂ, ਉਨੀ ਦੇਰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਵੀ ਕੋਈ ਆਨੰਦ ਨਹੀਂ ਆਉਣਾ। ਜੇ ਮਹਾਰਾਜ ਜੀ ਦੇ ਬਚਨਾਂ 'ਚ ਭਾਵਨਾ ਹੋਵੇਗੀ ਤਾਂ ਉਸ ਬਚਨ ਦੀ, ਉਸ ਸ਼ਬਦ ਦੀ ਵਿਚਾਰ ਸੁਣ ਕੇ ਆਨੰਦ ਆਵੇਗਾ। ਨਹੀਂ ਤੇ ਮਹਾਰਾਜ ਜੀ ਦੇ ਬਚਨ ਕਹਿੰਦੇ ਸੁਣ ਸਿੱਖਿਆ ਸਾਧ ਨਾ ਆਇਓ। ਸਾਧ ਦਾ ਮਤਲਬ ਸਵਾਦ। ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣ ਕੇ ਆਨੰਦ ਸਵਾਦ ਨਹੀਂ ਆਵੇਗਾ। ਜਿਚਰ ਗੁਰਮੁਖ ਸ਼ਬਦ ਨਾ ਲੱਗੇ, ਕਹਿੰਦੇ ਜਦੋਂ ਤੱਕ ਮਹਾਰਾਜ ਜੀ ਦੇ ਉਪਦੇਸ਼ ਨਾਲ ਬੰਦਾ ਭਾਵਨਾ ਨਾਲ ਜੁੜਦਾ ਨਹੀਂ, ਉਹਦੀ ਸ਼ਰਧਾ ਨਹੀਂ। ਕਿਉਂਕਿ 5 ਗੁਣ ਦੇਖੋ ਬਖਤੇ ਦੇ ਔਰ ਸਰੋਤੇ ਦੇ ਵਿਦਵਾਨਾਂ ਨੇ ਦੱਸੇ ਨੇ। ਸ਼ਰਧਾ, ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ ਤੇ ਸਰੀਰ ਦੀ ਸਾਵਧਾਨਤਾ, ਇਹ 5 ਗੁਣ ਕਥਨ ਕੀਤੇ। ਉਪਦੇਸ਼ ਕਹਿਣ ਵਾਲੇ ਦੇ, ਸੁਣਾਉਣ ਵਾਲੇ ਦੇ ਔਰ ਸੁਣਨ ਵਾਲੇ ਦੇ। ਪਹਿਲਾ ਸਭ ਤੋਂ ਹੈ ਉਹਦੀ ਸ਼ਰਧਾ ਹੋਵੇ। ਜੋ ਬਚਨ ਆਪਾਂ ਮਹਾਰਾਜ ਜੀ ਦਾ ਸੁਣਨ ਵਾਸਤੇ ਘਰੋਂ ਚੱਲ ਕੇ ਆਏ ਹਾਂ, ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ ਵਿੱਚ ਸਾਡੀ ਸ਼ਰਧਾ ਹੋਵੇ। ਜੋ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਇਹ ਤਿੰਨਾਂ ਲੋਕਾਂ ਵਿੱਚ ਸਦਾ ਵਾਸਤੇ ਸਥਾਈ ਔਰ ਸਮਰੱਥ ਹੈ। ਭਾਵਨਾ ਫਿਰ ਉਸੇ ਸ਼ਰਧਾ ਨੇ ਸਾਧ ਸੰਗਤ ਜੀ, ਉਸੇ ਵਿਸ਼ਵਾਸ ਨੇ ਭਾਵਨਾ ਵਿੱਚ ਤਬਦੀਲ ਹੋਣਾ ਹੁੰਦਾ। ਗੁਰਮੁਖਾਂ ਦਾ ਕਥਨ ਕਹਿੰਦੇ ਸੁਣਿਆ ਹੋਇਆ ਵਿਸ਼ਵਾਸ ਸੁਣ ਕੇ ਕਈ ਵਾਰ ਟੁੱਟ ਵੀ ਜਾਂਦਾ। ਜਿਹੜਾ ਸੁਣ ਕੇ ਬਣਿਆ ਹੋਵੇ ਸੁਣ ਕੇ ਟੁੱਟ ਸਕਦਾ, ਪਰ ਜਦੋਂ ਭਾਵਨਾ ਬਣ ਜਾਂਦੀ ਫਿਰ ਉਹ ਟੁੱਟ ਨਹੀਂ ਸਕਦੀ। ਮਹਾਰਾਜ ਜੀ ਦੀ ਵਡਿਆਈ ਸੁਣੀ, ਗੁਣ ਸਰਵਣ ਕੀਤੇ, ਵਿਸ਼ਵਾਸ ਬਣ ਗਿਆ। ਪਰ ਕਿਸੇ ਨੇ ਆਣ ਕੇ 2-4 ਉਲਟੇ ਪੁਲਟੇ ਪ੍ਰਮਾਣ ਦੇ ਦਿੱਤੇ ਤੇ ਉਹ ਵਿਸ਼ਵਾਸ ਟੁੱਟ ਸਕਦਾ। ਮੰਨ ਲਓ ਆਪਾਂ ਮਹਾਰਾਜ ਜੀ ਦੀ ਵਡਿਆਈ ਇਹ ਬਚਨ ਸੁਣਦੇ ਹਾਂ, ਭਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਮਹਾਤਮ ਜੀ। ਗੁਰੂ ਸਾਹਿਬ ਜੀ ਦੇ ਬਚਨ ਨੇ ਦਰਸ਼ਨ ਡਿਠੇ ਲਹਿਣ ਵਿਜੋਗਾ ਜੀਓ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਜਿਹੜੇ ਪ੍ਰਮਾਤਮਾ ਨਾਲ ਪਏ ਲੱਥ ਜਾਂਦੇ ਨੇ, ਟੁੱਟ ਜਾਂਦੇ ਨੇ। ਤੇ ਮਨ 'ਚ ਵਿਸ਼ਵਾਸ ਬਣੇਗਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ ਭਾਈ। ਫਿਰ ਆਪਾਂ ਇਹ ਬਚਨ ਮਹਾਰਾਜ ਦਾ ਪੜ੍ਹਦੇ ਹਾਂ, ਸੋ ਕਹੁ ਟਲ ਗੁਰ ਸੇਵੀਐ ਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਏ। ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ।
ਇਹ ਬਚਨ ਸੁਣ ਕੇ, ਇਹਨਾਂ ਦੀ ਵਿਆਖਿਆ ਸੁਣ ਕੇ ਜ਼ਰੂਰ ਆਪਣੇ ਮਨ 'ਚ ਪ੍ਰਤੀਤ ਆਵੇਗੀ, ਵਿਸ਼ਵਾਸ ਆਵੇਗਾ, ਪ੍ਰੇਮ ਆਵੇਗਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਬਹੁਤ ਦੁੱਖ ਕੱਟੇ ਜਾਂਦੇ ਨੇ, ਇਸ ਕਰਕੇ ਦਰਸ਼ਨ ਕਰਨੇ ਚਾਹੀਦੇ। ਪਰ ਮੰਨ ਲਓ ਜੇ ਕੋਈ ਫਿਰ ਆਪਾਂ ਨੂੰ ਹੋਰ ਇਹਦੇ ਉਲਟੀ ਪ੍ਰਮਾਣ ਦੇਵੇ, ਗੁਰਬਾਣੀ ਦੀ ਪੰਕਤੀ ਸੁਣਾ ਕੇ ਉਹ ਆਖੇ ਵੀ ਗੁਰੂ ਸਾਹਿਬ ਤਾਂ ਕਹਿੰਦੇ ਨੇ ਡਿਠੈ ਮੁਕਤ ਨਾ ਹੋਵੇ ਜੇ ਤੇਰ ਸ਼ਬਦ ਨਾ ਕਰੇ ਵਿਚਾਰ, ਵੀ ਦੇਖਿਆ ਕੀ ਹੋ ਜੂ, ਦਰਸ਼ਨ ਕੀਤਿਆਂ ਤਾਂ ਮੁਕਤੀ ਨਹੀਂ ਮਿਲ ਜਾਣੀ ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ। ਫਿਰ ਕੋਈ ਆਪਾਂ ਨੂੰ ਇਹ ਪ੍ਰਮਾਣ ਦੇਵੇ ਸੀਸ ਨਵਾਇਆ ਕਿਆ ਥੀ ਹਜ਼ਾਰੇ ਦਾ ਇੱਕ ਸੁਧਿਆ ਜਾ ਹੈ, ਮਹਾਰਾਜ ਦੇ ਦਰਸ਼ਨ ਕਰਕੇ ਸੀਸ ਨਵਾਇਆ ਕੀ ਹੋ ਜੂਗਾ ਜੇ ਭਾਈ ਹਿਰਦਾ ਹੀ ਨਹੀਂ ਸਿੱਧੇ ਪਾਸੇ ਜਾ ਰਿਹਾ, ਤਾਂ ਮਨ ਤਾਂ ਹੋਰ ਪਾਸੇ ਜਾ ਰਿਹਾ, ਤੇ ਫਿਰ ਉਹ ਬਣਿਆ ਹੋਇਆ ਵਿਸ਼ਵਾਸ ਟੁੱਟ ਸਕਦਾ ਵੀ ਇੱਦਾਂ ਤਾਂ ਕੋਈ ਫਰਕ ਨਹੀਂ ਪੈਣਾ, ਚਲੋ ਛੱਡੋ। ਪਰ ਜਦੋਂ ਉਹ ਵਿਸ਼ਵਾਸ ਭਾਵਨਾ 'ਚ ਤਬਦੀਲ ਹੋ ਜਾਵੇ ਸਾਧ ਸੰਗਤ ਜੀ, ਫਿਰ ਭਾਵੇਂ 1000 ਪ੍ਰਮਾਣ ਆਪਾਂ ਨੂੰ ਕੋਈ ਦੇਵੇ, ਫਿਰ ਗੁਰੂ ਸਾਹਿਬ ਜੀ ਨਾਲੋਂ ਪ੍ਰੇਮ ਟੁੱਟਦਾ ਨਹੀਂ ਹੁੰਦਾ ਸਿੱਖ ਦਾ। ਫਿਰ ਉਸ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਦਾ ਜਿੰਨੇ ਮਰਜ਼ੀ ਪ੍ਰਮਾਣ ਦੇਵੇ। ਇਸ ਲਈ ਇਹ ਉਹਨਾਂ 5 ਗੁਣਾਂ 'ਚ ਪਹਿਲੇ 2 ਰੱਖਦੇ, ਕਹਿੰਦੇ ਸ਼ਰਧਾ ਭਾਵਨਾ। ਤੇ ਜਿੰਨੀ ਦੇਰ ਸ਼ਰਧਾ ਨਹੀਂ, ਕਹਿੰਦੇ ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾਲ, ਕਹਿੰਦੇ ਸੁਣ ਕੇ ਉਨੀ ਦੇਰ ਆਨੰਦ ਨਹੀਂ ਆਵੇਗਾ ਜਿੰਨੀ ਦੇਰ ਤੁਹਾਡੀ ਸ਼ਰਧਾ ਨਹੀਂ ਹੈਗੀ। ਜੇ ਸ਼ਰਧਾ ਹੈਗੀ, ਭਾਵਨਾ ਹੈ, ਤਾਂ ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ ਆਨੰਦ ਆਵੇਗਾ। ਫਿਰ ਭਾਵੇਂ 1 ਘੰਟਾ ਗੱਲ ਚੱਲੀ ਜਾਏ ਤੇ 1 ਘੰਟਾ ਹੀ ਆਪਾਂ ਨੂੰ ਮਜਬੂਰੀ ਬਸ ਉੱਠਣਾ ਪਵੇ ਤੇ ਵੱਖਰੀ ਗੱਲ, ਫਿਰ ਉੱਠਣ ਲਈ ਮਨ ਨਹੀਂ ਕਰਦਾ ਜਦੋਂ ਆਨੰਦ ਆਉਣ ਲੱਗ ਪਏ। ਪਰ ਜੇ ਸੁਣ ਕੇ ਆਨੰਦ ਨਹੀਂ ਆਇਆ, ਭਾਵਨਾ ਕੋਈ ਨਹੀਂ, ਫਿਰ ਨਹੀਂ ਆਉਣਾ। ਫਿਰ ਬਦੋ ਰੁੱਦੀ ਆਪਾਂ ਕਿੰਨੀ ਦੇਰ ਬੰਦੇ ਨੂੰ ਬਿਠਾ ਸਕਦੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲੱਗੇ। ਜਦੋਂ ਤੱਕ ਮੁਖੀ ਗੁਰੂ ਦੇ ਸ਼ਬਦ ਨਾਲ ਤੁਹਾਡਾ ਮਨ ਨਹੀਂ ਲੱਗਾ, ਭਾਵਨਾ ਨਹੀਂ ਬਣੀ, ਉਦੋਂ ਤੱਕ ਸੁਣ ਕੇ ਵੀ ਆਨੰਦ ਨਹੀਂ ਆਉਣਾ। ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਭਰਮ ਭਉ ਭਾਗੈ। ਗੁਰੂ ਸਾਹਿਬ ਜੀ ਦੀ ਦੱਸੀ ਹੋਈ ਸੇਵਾ ਕੀਤਿਆਂ ਨਾਮ ਮਨ 'ਚ ਵਸਦਾ ਔਰ ਭਰਮ ਤੇ ਭੈ ਨਾਸ ਹੋ ਜਾਂਦੇ। ਜਿਹਾ ਸਤਿਗੁਰ ਨੂੰ ਜਾਣਿਆ ਤਿਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੇ। ਜਿਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੂੰ ਆਪਾਂ ਦੇਖਾਂਗੇ, ਉਸੇ ਤਰ੍ਹਾਂ ਦਾ ਹੀ ਸਾਧ ਸੰਗਤ ਜੀ ਆਪਾਂ ਨੂੰ ਫਲ ਪ੍ਰਾਪਤ ਹੋਵੇਗਾ। ਜਿਸ ਤਰ੍ਹਾਂ ਦੀ ਆਪਣੀ ਭਾਵਨਾ ਮਹਾਰਾਜ ਜੀ 'ਚ ਬਣੇਗੀ, ਉਸੇ ਤਰ੍ਹਾਂ ਦੀ ਫਲ ਦੀ ਪ੍ਰਾਪਤੀ ਹੋਣੀ ਹੁੰਦੀ। ਇਹ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ, ਜੈਸੋ ਜੈਸੋ ਪਾਹੋ ਤੈਸੀ ਕਾਮਨਾ ਪਜਾਵਈ। ਜਿਸ ਤਰ੍ਹਾਂ ਦੀ ਭਾਵਨਾ ਕਿਸੇ ਦੀ ਹੁੰਦੀ, ਉਸੇ ਤਰ੍ਹਾਂ ਦੀ ਉਹਦੀ ਮਨੋਕਾਮਨਾ ਪੂਰੀ ਹੁੰਦੀ। ਕੋਈ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖਦਾ ਪਿਆ, ਗੁਰੂ ਸਾਹਿਬ ਜੀ ਨੂੰ ਆਪਾਂ ਕਿਸ ਨਜ਼ਰ ਨਾਲ ਦੇਖਦੇ। ਆਪਾਂ ਕੱਲ ਵੀ ਕੁਝ ਪ੍ਰਮਾਣ ਸਾਂਝੇ ਕੀਤੇ ਸੀ ਵੀ ਕੋਈ ਕਿਸ ਤਰ੍ਹਾਂ ਮਹਾਰਾਜ ਜੀ ਨੂੰ ਦੇਖਦਾ। ਬਾਬਾ ਬੁੱਢਾ ਜੀ ਨੇ ਆਖਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਬ੍ਰਹਮ ਗਿਆਨੀ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਤਾਂ ਹੀ ਤਾਂ ਤੁਸੀਂ ਬ੍ਰਹਮ ਗਿਆਨੀ ਜੀ। ਭਾਈ ਬਾਲਾ ਜੀ ਨੇ ਆਖਿਆ ਉਹ ਤਾਂ ਸ਼ਾਂਤ ਆਤਮਾ ਸਨ, ਸੰਤ ਸਰੂਪ। ਮਹਾਰਾਜ ਨੇ ਆਖਿਆ ਤਾਂ ਹੀ ਭਾਈ ਬਾਲਾ ਜੀ ਤੁਸੀਂ ਸੰਤ ਸਰੂਪ ਜੇ, ਤੁਹਾਡਾ ਮਨ ਸ਼ਾਂਤ। ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਸੀ ਵੀ ਉਹ 3 ਲੋਕਾਂ ਦੇ ਮਾਲਕ ਨੇ, ਮੁਕਤੀ ਦਾਤੇ ਨੇ, ਰਿਜ਼ਕ ਦਾਤੇ ਨੇ, ਸਾਰੀ ਸ੍ਰਿਸ਼ਟੀ ਦੇ। ਬਹੁਤ ਸਿਫਤਾਂ ਕੀਤੀਆਂ ਸਨ। ਉਹ ਸਰਬ ਕਲਾ ਸਮਰੱਥ ਨੇ, ਉਹ ਕਰਨ ਭੰਜਣਹਾਰ ਨੇ। ਫਿਰ ਬਾਬਾ ਬੁੱਢਾ ਜੀ ਨੇ ਆਖਿਆ ਸੀ ਮਹਾਰਾਜ ਤਾਂ ਹੀ ਤੁਸੀਂ 3 ਲੋਕਾਂ ਦੇ ਮਾਲਕ ਜੇ, ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 3 ਲੋਕਾਂ ਦੇ ਮਾਲਕ ਕਰਕੇ ਦੇਖਿਆ। ਜਿਹਾ ਸਤਿਗੁਰ ਨੂੰ ਜਾਣੇ, ਜਿਸ ਤਰ੍ਹਾਂ ਦਾ ਕੋਈ ਗੁਰੂ ਸਾਹਿਬ ਨੂੰ ਜਾਣਦਾ। ਕੋਈ ਇਹ ਵੀ ਸਮਝ ਸਕਦਾ ਵੀ ਕੋਈ ਨਹੀਂ, ਇੱਕ ਰਸਮੀ ਤੌਰ ਤੇ ਮੱਥਾ ਟੇਕਣਾ, ਮਹਾਰਾਜ ਨੂੰ ਕਿਹੜਾ ਪਤਾ ਕਿਸੇ ਗੱਲ ਦਾ। ਪਰ ਕਿਸੇ ਨੇ ਇਹ ਵੀ ਭਾਵਨਾ ਹੁੰਦੀ ਵੀ ਨਹੀਂ, ਗੁਰੂ ਸਾਹਿਬ ਜੀ ਤੋਂ ਕੁਝ ਨਹੀਂ ਲੁਕਿਆ ਭਾਈ। ਅੱਗੋਂ ਦੇਖਿਆ ਪਿੱਛੋਂ ਦੇਖਿਆ ਤੋਈ ਤੇ ਕਹਾਂ ਛੁਪਾਵੇ। ਅੱਗੋਂ ਪਿੱਛੋਂ ਬੰਦਾ ਦੇਖ ਕੇ ਬੰਦਾ ਬੰਦੇ ਤੋਂ ਕੁਝ ਛੁਪਾ ਸਕਦਾ, ਮਹਾਰਾਜ ਤੋਂ ਕੀ ਛੁਪਾ ਸਕਦਾ? ਉਹਨਾਂ ਨੂੰ ਤਾਂ ਪਤਾ ਹੀ ਹੈ। ਪਰ ਜਿਸ ਦੀ ਭਾਵਨਾ ਵੀ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਦਾ,
ਉਹ ਤਾਂ ਰਮਾਲੇ ਤੋਂ ਵੀ ਪੈਸੇ ਚੱਕ ਲੈਂਦੇ। ਉਹ ਕਹਿੰਦੇ ਮਹਾਰਾਜ ਨੂੰ ਕੀ ਫਰਕ ਪੈਣਾ। ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਬਣਦੀ ਉਸੇ ਤਰ੍ਹਾਂ ਦਾ ਉਹਨੂੰ ਫਲ ਮਿਲਦਾ। ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ। ਜਿਸ ਤਰ੍ਹਾਂ ਦਾ ਕੋਈ ਗੁਰੂ ਸਾਹਿਬ ਜੀ ਨੂੰ ਜਾਣਦਾ ਉਸੇ ਤਰ੍ਹਾਂ ਦਾ ਫਲ ਮਿਲਦਾ। ਤਾਂ ਸੱਚ ਨਾਮ ਲਿਵ ਲਾਗੈ। ਕਹਿੰਦੇ ਜੇ ਭਾਵਨਾ ਪੂਰੀ ਬਣੇ ਵੀ ਗੁਰੂ ਸਾਹਿਬ ਜੀ ਸਮਰੱਥ ਨੇ, ਅੰਤਰਜਾਮੀ ਨੇ, ਭੰਨਣ ਘੜਨ ਸਮਰੱਥ ਨੇ, ਇੰਨੀ ਸਮਰੱਥਾ ਮਹਾਰਾਜ ਜੀ ਦੀ, ਜਿਹੜਾ ਗੁਰੂ ਸਾਹਿਬ ਜੀ ਦੀ ਵਡਿਆਈ 'ਚ ਬਚਨ ਨੇ, ਹਰਨ ਭਰਨ ਜਾ ਕਾ ਨੇਤਰ ਫੋਰ। ਹਰਨ ਭਰਨ, ਸ੍ਰਿਸ਼ਟੀ ਨੂੰ ਬਣਾ ਦੇਣਾ, ਨਾਸ ਕਰ ਦੇਣਾ, ਫਿਰ ਬਣਾ ਦੇਣਾ। ਤੇ ਕਿੰਨੇ ਚਿਰ 'ਚ? ਨੇਤਰ ਫੋਰ, ਅੱਖ ਬੰਦ ਕਰਕੇ ਖੋਲਣ ਦੇ ਸਮੇਂ 'ਚ, ਜਿਹਨੂੰ ਆਪਾਂ ਕਹਿੰਦੇ ਵੀ ਅੱਖ ਝਮਕਣ ਦੇ ਸਮੇਂ 'ਚ। ਇਹ ਮਹਾਰਾਜ ਦੇ ਬਚਨ ਹੈ। ਕਹਿੰਦੇ ਇੰਨਾ ਸਮਰੱਥ ਹੈ ਅਕਾਲ ਪੁਰਖ ਵਾਹਿਗੁਰੂ, ਅੱਖ ਬੰਦ ਕਰਕੇ ਖੋਲਣ ਦੇ ਸਮੇਂ 'ਚ ਆ ਸਾਰਾ ਬ੍ਰਹਿਮੰਡ ਨਾਸ ਕਰਕੇ ਦੁਬਾਰਾ ਬਣਾ ਸਕਦਾ। ਪਰ ਹੋ ਸਕਦਾ ਆਪਣੀ ਸਮਝ 'ਚ ਨਾ ਵੀ। ਇੱਦਾਂ ਕਿੱਦਾਂ ਹੋ ਸਕਦਾ ਜੀ? ਅੱਖ ਬੰਦ ਕਰਕੇ ਖੋਲਣ ਲਈ ਤੇ ਕਿੰਨਾ ਇਹਦੇ ਇੱਕ ਖਿਣ ਵੀ ਨਹੀਂ ਲੱਗਦਾ। ਇੰਨੇ ਸਮਝ ਕਿੱਦਾਂ ਇਹ ਸਾਰਾ ਕੁਝ ਢਹਿ ਕੇ ਦੁਬਾਰਾ ਬਣ ਸਕਦਾ? ਪਰ ਬਣ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਕਹਿੰਦੇ ਜਲਾਂ ਦੀ ਥਾਂ ਤੇ ਥਲ, ਥਲ ਦੀ ਥਾਂ ਤੇ ਕੂਪ, ਖੱਡਲਾਂ ਖੂਹ, ਤੇ ਖੂਹ ਥਾਂ ਦੀ ਥਾਂ ਤੇ ਮੇਰ, ਉਹ ਪਰਬਤ ਬਣਾ ਸਕਦਾ ਇੱਕ ਪਲ 'ਚ। ਜਿੱਥੇ ਹੁਣ ਸਮੁੰਦਰ ਹੈ ਇੱਥੇ ਰੇਗਿਸਤਾਨ ਬਣਾ ਸਕਦਾ, ਜਿੱਥੇ ਰੇਗਿਸਤਾਨ ਹੈ ਇੱਥੇ ਸਮੁੰਦਰ ਬਣਾ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇੰਨਾ ਸਮਰੱਥ ਹੈ। ਇਸ ਲਈ ਕਹਿੰਦੇ ਉਸ ਤਰੀਕੇ ਨਾਲ ਮਹਾਰਾਜ ਜੀ ਨੂੰ ਦੇਖਣ, ਜਿਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ। ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ, ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਨਾਮ ਮਿਲੈ ਵਡਿਆਈ, ਹਰ ਦਰ ਸੋਹਣ ਆਗੈ। ਕਹਿੰਦੇ ਇਹ ਸਾਰੀ ਵਡਿਆਈ ਗੁਰਮੁਖੋਂ ਨਾਮ ਕਰਕੇ ਮਿਲਦੀ। ਜਿਨ੍ਹਾਂ ਨੂੰ ਮਹਾਰਾਜ ਨੇ ਨਾਮ ਦੀ ਵਡਿਆਈ ਬਖਸ਼ ਦਿੱਤੀ, ਉਹ ਅੱਗੇ ਹਰੀ ਦੇ ਦਰ ਤੇ ਵੀ ਸੋਭਣੀ ਕੁੰਦੇ। ਵਡਿਆਈ ਦਾ ਸਰੋਪਾ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦੇ ਇੱਥੇ ਪੱਲੇ ਕੁਝ ਨਾਮ ਸੀ। ਕਿਉਂਕਿ ਸਾਰੀਆਂ ਵਡਿਆਈਆਂ ਨਾਮ ਵਿੱਚ ਹੀ। ਨਾਨਕ ਨਾਮ ਮਿਲਿਆ ਵਡਿਆਈ। ਜਿਨ੍ਹਾਂ ਨੂੰ ਵਡਿਆਈ ਮਿਲੀ ਗੁਰਮੁਖੋਂ ਸਿਰਫ ਨਾਮ ਜਪਣ ਕਰਕੇ ਮਿਲੀ। ਭਗਤ ਕਬੀਰ ਸਾਹਿਬ ਜੀ ਨੂੰ ਅੱਜ ਤੱਕ ਜੇ ਮੱਥੇ ਟੇਕਦੇ ਤੇ ਇਸ ਕਰਕੇ ਨਹੀਂ ਟੇਕਦੇ ਵੀ ਉਹ ਬੜੇ ਅਮੀਰ ਸੀ, ਜਾਂ ਉਹਨਾਂ ਦੀ ਕੋਈ ਟਰਾਂਸਪੋਰਟ ਚੱਲਦੀ ਸੀ, ਜਾਂ ਉਹਨਾਂ ਦੀ ਸ਼ਿਪਿੰਗ ਕਾਰਪੋਰੇਸ਼ਨ ਸੀ, ਜਾਂ ਉਹ ਤੇ ਬਹੁਤ ਉਹਨਾਂ ਦਾ, ਇਸ ਕਰਕੇ ਤੇ ਨਹੀਂ ਨਾ ਵਡਿਆਈ। ਉਹ ਤੇ ਖੱਡੀ 'ਚ ਸਾਰਾ ਦਿਨ ਬੈਠੇ ਰਹਿੰਦੇ ਤੇ ਤਾਣੀ ਤਣ ਕੇ ਕੱਪੜਾ ਉਣ ਕੇ ਆਪਣਾ ਗੁਜ਼ਾਰਾ ਕਰਦੇ ਸੀ। ਪਰ ਹੁਣ ਤੱਕ ਜੇ ਦੇਖੋ 11ਵੀਂ ਸਦੀ ਦੇ ਭਗਤ ਨੇ ਭਗਤ ਕਬੀਰ ਸਾਹਿਬ ਜੀ, ਤਾਂ ਹੁਣ 21ਵੀਂ ਸਦੀ ਚੱਲਦੀ ਪਈ ਤੇ ਅੱਜ ਤੱਕ ਵੀ ਉਹਨਾਂ ਨੂੰ ਮੱਥੇ ਟੇਕ ਰਹੇ। ਵਡਿਆਈ ਚੱਲ ਰਹੀ, ਔਰ ਜਦੋਂ ਤੱਕ ਦੁਨੀਆ ਰਹੇਗੀ ਇਵੇਂ ਹੀ ਵਡਿਆਈ ਉਹਨਾਂ ਦੀ ਰਹੇਗੀ। ਕਿਉਂ? ਕਿਉਂਕਿ ਨਾਮ ਕਰਕੇ ਮਿਲੀ ਹੈ, ਕਿਸੇ ਅਮੀਰੀ ਕਰਕੇ, ਪਦਾਰਥਾਂ ਦੀ ਬਹੁਲਤਾ ਕਰਕੇ ਨਹੀਂ ਮਿਲੀ। ਇਹ ਵਡਿਆਈ ਕਬੀਰ ਸਾਹਿਬ ਨੂੰ ਨਾਮ ਕਰਕੇ ਮਿਲੀ। ਭਗਤ ਨਾਮਦੇਵ ਜੀ ਨੂੰ ਜਿਹੜੀ ਵਡਿਆਈ ਮਿਲੀ ਉਹ ਨਾਮ ਕਰਕੇ ਮਿਲੀ। ਜੇ ਨਾਮ ਨਾ ਜਪਿਆ ਹੁੰਦਾ ਤੇ ਸ਼ਾਇਦ ਮਹਾਰਾਸ਼ਟਰ ਤੋਂ ਬਾਹਰ ਵੀ ਉਹਨਾਂ ਨੂੰ ਕੋਈ ਜਾਣਦਾ। ਪਰ ਹੁਣ ਪੂਰੀ ਦੁਨੀਆ ਜਾਣਦੀ ਨਾ, ਸਿਰਫ ਇਸ ਕਰਕੇ ਕਿਉਂਕਿ ਵਡਿਆਈ ਨਾਮ ਕਰਕੇ। ਸਭ ਵਡਿਆਈਆਂ ਹਰ ਨਾਮ ਵਿੱਚ, ਜੇ ਗੁਰਮੁਖ ਧਿਆਈ ਹੈ, ਜੇ ਵਸਤ ਮੰਗੀ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈਏ। ਗੁਰੂ ਸਾਹਿਬ ਜੀ ਦਾ ਬਚਨ ਕਹਿੰਦੇ ਗੁਰਮੁਖੋ ਨਾਮ ਵਿੱਚ ਸਾਰੀਆਂ ਵਡਿਆਈਆਂ ਹੁੰਦੀਆਂ। ਜਿਨ੍ਹਾਂ ਗੁਰਮੁਖਾਂ ਨੇ ਨਾਮ ਧਿਆਇਆ, ਜੇ ਵਸਤ ਮੰਗੀ ਸਾਈ ਪਾਈਏ। ਕਹਿੰਦੇ ਜੋ ਵੀ ਮੰਗਾਂਗੇ ਉਹੀ ਪ੍ਰਾਪਤ ਹੋ ਜਾਏਗਾ। ਪਰ ਵਿੱਚ ਇੱਕ ਵਿਸ਼ੇਸ਼ਣ ਹੈ ਕਿ ਜੇ ਨਾਮ ਚਿੱਤ ਲਾਈਏ, ਜੇ ਚਿੱਤ ਦੀ ਬਿਰਤੀ ਨਾਮ ਨਾਲ ਲੱਗੇ ਤਾਂ ਫਿਰ ਸਾਰੀਆਂ ਵਡਿਆਈਆਂ, ਸਭ ਵਡਿਆਈਆਂ ਹਰ ਨਾਮ ਵਿੱਚ। ਇਹ ਉਹਨਾਂ ਭਗਤਾਂ ਨੂੰ ਵਡਿਆਈ ਨਾਮ ਕਰਕੇ ਮਿਲੀ। ਗੁਰਮੁਖੋ ਨਾਮ ਕਰਕੇ ਮਿਲੀ। ਭਗਤ ਰਵਿਦਾਸ ਜੀ ਦੀ ਬਾਬਤ ਬਚਨ ਨੇ ਮਹਾਰਾਜ ਦੇ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪੱਗ ਆਏ। ਰਵਿਦਾਸ ਚੁਮਾਰ ਉਸਤਤ ਕਰੇ,
हर कीर्त निमक एक गाए। कहते देखो चमार से ते जिहड़ा जोड़े गंढ के गुजारा करने वाला बंदा उन्होंने 4 कुंटां च तो नहीं ना किसी ने जानना। समा लंघ जाणदे ते कोई राजा महाराजा नूं नहीं जानदा, गरीब आदमी नूं किहने जानना सी। रविदास चमार उस्तत करे, हर कीरत निमक एक गाए। कहते हरि दी कीर्ति करदियां एक निमक भी अपना समा भगत रविदास जी खाली नहीं सी जान दिंदे। पतत जात उत्तम भया ते की फिर फल मिलिया। कहते वो जिन्हों लोग नीवी जात दा कहंदे सी, नखिद्ध जात दा, इन्ना उत्तम हो गया। भगत भगत जग वज्या 4 चक्कां दे विच। चमरेटा भाई गुरदास जी कहंदे भगत भगत करके 4 चक्कां दे विच मशहूरी हो गई, सिर्फ नाम जपण करके। पतत जात उत्तम भया, 4 वर्ण पए पग आए। कहंदे वो 4 वर्ण जेड़े मूँह ते कपड़ा रख लैंदे सी मथे ते भी असीं शूद्र दे मथे नहीं लगना, वो आण के भगत रविदास जी दे चरनी पैंदे। ये गुरु ग्रंथ साहब जी दे बचन ने। क्यों? क्योंकि वडियाई नाम करके मिली गुरमुखों। नाम करके वडियाई मिली। ये उदों तक रहेगी जदों तक संसार रहेगा। नानक नाम मिले वडियाई, हर दर सोहने आगे। कहते नाम करके जिन्होंने वडियाई मिली गुरमुखो, वो हरि दे दर ते अगे भी सोभनीक हुंदे। इत्थे दुनिया विच भी उन्हां दा जस ही है, जदों जाण के संसार तो परलोक विच भी उन्हां दी जय जयकार, जिन्होंने नाम करके वडियाई मिली। पौड़ी गुर सिखा मन हर प्रीत है, गुर पूजने आवे। ये श्लोक जिहड़ा सी ना, नानक नाम मिले वडियाई हर दर सोहने आ गया, तीसरे पातशाह जी दस। पौड़ी चौथे पातशाह जी दी गुरु रामदास साहब महाराज जी की उचारण की। गुर सिखा मन हर प्रीत है, गुर पूजने आवे। कहते गुरु के सिखां दे मन च प्रीत हुंदी महाराज जी के चरनां दी, इस करके वो दूरों दूरों चल के महाराज जी नूं नमस्कार करन, उन्हां दे दर्शन करन वास्ते आउंदे। महाराज की पूजा करन सिख तां आउंदे। देखो किन्नी किन्नी दूरों आउणा पैंदा सी। कोई असाम तो आउंदा सी राजे रतन राय वर्गा, जिहड़ा प्रसादी हाथी लैके आया, 5 कला शास्त्र लैके आया। असाम तो आनंदपुर साहब आया उन्हां दिनां च, कहंदे 4 महीने का समा नूं रस्ते च ही लग गया सी, पर आया महाराज के दर्शन करन। कोई संगत पोठोहार तो आउंदी, कोई काबल तो आउंदी, कोई कंधार तो आउंदी, कोई कितों आउंदे सी महाराज जी के दर्शन करन सिख। क्यों? क्योंकि मन च प्रीत सी ना। गुर सिखा मन हर प्रीत है, हर पूजने आवे। कहंदे महाराज सच्चे पातशाह जी दी, हरि दी, अकाल पुरख वाहिगुरू की पूजा वो तां करदे क्यों? क्योंकि गुरु के सिखां दे मन च प्रीत हुंदी, महाराज के चरणों की प्रीति है, इस करके सिख आउंदे। हर नाम वड़ंजा रंग स्यो। कहंदे फिर वपार भी नाम दा ही करदे। गुरु साहब जी के दर ते आण के महाराज जी का अदब सत्कार करके उपदेश सुन के ते फिर वो नाम करते वपार का। हर नाम वड़ंजह रंग स्यो। रंग का अर्थ आनंद, बड़े आनंद नाल वो परमात्मा के नाम का वपार करते। सवासां की पूंजी के बदले नाम का साध संगत जी वपार करने वास्ते। असल च तो सारे ही आपां इसे काम आए हैं, पर यह वखरी गल भी किसी नूं याद रहिंदा, किसी नूं उपदेश नहीं याद रहिंदा। भगत कबीर साहब कहते हैं, किन्हीं बन जा कांसी तांबा, किन्हीं लौंग सुपारी, संतो बन जा नाम गोबिंद का, ऐसी खेप हमारी। कहते किसी ने कांसी का व्यापार किया, किसी ने तांबे का व्यापार किया, कोई सोने का व्यापारी बन गया, किसी ने लौंगा का व्यापार किया, कई सुपारियां के व्यापारी बने। किन्हीं बन जा कांसी तांबा, किन्हीं लौंग सुपारी, संतो बन जा नाम गोबिंद का। कहते संतां ने व्यापार किया परमात्मा के नाम का। किसी ने लौंग लाचियां का व्यापार किया, किसी ने सुपारियां का किया, किसी ने सोने का किया, हीरियां का किया। पर कबीर साहब कहते संतां ने सिर्फ महाराज के नाम का, अकाल पुरख के नाम का व्यापार किया। क्योंकि समझ आ गई ना उन्होंने। हर नाम उड़ंजे रंग स्यो, लाहा हर नाम ले जावे। कहते फिर वो नाम का लाहा लैके संसार तो गए जिन्होंने नाम का व्यापार किया। असल में साध संगत जी आपां नूं सारिआं नूं ही महाराज ने व्यापारी आख्या। अब महाराज के भजन पढ़ते, पहले पैरे रैण के वन जा रहा मित्रा, हुक्म पाया गुरबास, उर्दता पंतर करे वन जा रहा मित्रा, खसम सेती अरदास। वन जा रहा मित्रा का मतलब यह भी व्यापारी मित्रा, तू व्यापार करने वास्ते आया, नाम का व्यापार करने वास्ते आया तू।
हरेक नूं ही महाराज जी ने ਵਪਾਰੀ आख्या। कहते बस चेता रख भी क्यों संसार ते आया तू। पहले पहरे रैन के बन जा रहा मित्रा, हुक्म पया गिरबास। उर्द तप अंतर करे बन जा रहा मित्रा। कहते जन्म तो पहला जन्म दे वेले तां तेरा तप चलदा पिया सी, परमेश्वर नाल तेरी लिव लगी सी, अरदास चलदी पई सी तेरी, पर हुण क्यों भुल गया? हुण याद नहीं रहा ना। पर गुरमुखां ने कहते ने हर नाम वणंजे रंग से लाहा, हर नाम लै जाव है। उन्हां नाम दा वपार कीता और लाहा लैके संसार तो गए। खट्टी खट नाम दा वपार करन करके गुर सिखां के मुख उजले हर दरगाह भावे। कहते ऐसे गुरु के सिखां दे मुख उजले हुंदे, दरगाह च उन्हां दी वडियाई हुंदी, क्योंकि उजला मुख लैके गए ना। गुर सिखां के मुख उजले। महाराज ने आप जो बाबे सत्ते बलवंडे की वार पढ़ते हैं, रामकली की वार, तो कहते मनमुख थी है पराली। पराली का मतलब पीले रंग की होंगी। कहते मनमुखां दे ते हल्दी वर्गे मूँह होंदे, पराली वर्गे। गुरसिखां के मुख उजले। उजला मुख गुरसिख लैके परलोक तो गए, क्यों? सिर्फ नाम करके। गुरसिखां के कमोजले, गुरसिखां के मुख उजले हर दरगाह भाव है। कहते परमात्मा की दरगाह विच वो परमात्मा नूं पाउंदे ने ਜਿਹੜੇ संसार तो उजला मुख लैके गए। गुर सतगुर बोल हर नाम का। कहते गुरु साहब जी के कोल तां गुरमुखो नाम का बोल लगा। बोल आपां नूं पता, ਜਿਹੜੇ पिंडां चों आए ਜਦੋਂ ਆਪਾਂ ਦਾਣੇ ਕੱਢਦੇ ਸੀ ਤੇ ਦਾਣਿਆਂ ਦੇ ਢੇਰ ਨੂੰ ਬੋਲ ਆਖੀਦਾ। ਕਹਿੰਦੇ ਗੁਰਮੁਖੋ ਮਹਾਰਾਜ ਦੇ ਕੋਲ ਤਾਂ ਬੋਲ ਲੱਗਾ ਪਿਆ ਨਾਮ ਦਾ। गुर सतगुर बोहल हर नाम का वड भागी सिख गुण सांझ करावे। कहते वड्डे भागां वाले सिख गुणा की सांझ, गुणा की भ्याली पा लेंदे। क्योंकि जो आप देखिया पिंडां च वाहवा सारे पहला भ्याली पा के ते फिर बोल लाउंदे सी। नाम दा कहते गुरु साहब कोले ते बोल लगा। गुरमुखो वड्डे भागां वाले गुरु के सिखां ने भ्याली पा ली महाराज नाल, गुणा की सांझ कर ली। वड भागी सिख गुण सांझ करावे। उन्होंने सांझ भ्याली की गुरु साहब नाल गुणा दी। तिना गुरसिखां कौहों वारिया। गुरु रामदास महाराज कहते उन्हें ऐसे गुरु के सिखां तो मैं बलहार है, मैं वारने जाना। जो बहदियां उठदियां हर नाम ध्यावै। किन्हां गुरसिखां तो वारने जाना? जो बहदियां उठदियां हर नाम ध्यावै। जेड़े बैठते उठते अकाल पुरख वाहिगुरु का नाम ध्याउंदे। ऊठत बैठत सोवत ध्याई है, मार्ग चलत हरे हर गाई है। जिन्हां दी ऐसी अवस्था बन जाती ना, उठदियां बैठदियां चलदियां फिरदियां सौंदियां जागदियां अकाल पुरख वाहिगुरु नूं चेते करी जांदे। ऐसे गुरु के सिखां तो चौथे पातशाह कहंदे मैं वारने जाना भाजी, जिहड़े हर वेले परमात्मा नूं चेते रखदे। हर वेले परमात्मा नूं चेते रखना उदां कठिन है। उवें नहीं महाराज ने आख्या मैं सदके जाना उन्हां तो जिन्हां नूं हर वेले परमात्मा चेते रहिंदा। आपां नूं अकाल पुरख वाहिगुरु चेते आ जिन्नी देर गुरु साहब जी की हजूरी च। ज्यों ही आपां हजूरी तो बाहर होए उदों ही फिर संसार की चिंता ने घेर लेना। फिर होर तां बहुत कुछ चेते आवेगा, आ जो इत्थे चेता बनिया ये विसर जाना। हर वेले सिर्फ गुरमुखां नूं चेते रहिंदा परमात्मा। इसलिए महाराज ने कहा जिन्हों हर वेले चेते आ उस सिख तो मैं वारने जाना। गुरमुखो जिन्हों उठते बैठते सौंदे जागते हर वेले अकाल पुरख वाहिगुरु चेते रहिंदा। जिवें भगत नामदेव जी नूं आख्या ना उन्हां दे मित्र ने तरलोचन ने, नामा कहे तलोचना मुखते राम संभाल, हाथ पाओ कर काम सब। उन्हें आख्या तू मैं जदों देखदा उदों तू कपड़े कदी धो रहा होना, कदी सुका रहा होना, कदी उन्हां ते ठप्पे ला रहा होना, कदी कपड़े रंगदा होना। तू परमात्मा, लोग कहंदे नामदेव तैनूं तू भगत है परमात्मा दा, तू जपदा किहड़े वेले? हस के भगत नामदेव जी ने आख्या सी मित्रा हत्थां नाल मैं अपनी किरत करदा पिया, पैरां नाल चल के किरत कर लई मैं आउणा नदी ते बस्तर लैके, पर असल विच चित्त मेरा अकाल पुरख वाहिगुरु नाल किरत करदियां भी लगा हुंदा। हाथ पाओ कर काम सब चीत निरंजन नाल। कहंदे चित्त तां निरंजन नाल मेरा लगा, असल च तू सिर्फ मेरा बाहरी क्रिया शरीर दी देख रहा। भई कपड़े धो ले सुका ले फिर लै आंदे, फिर लै आए, फिर अमरे ठेक दिते, फिर उन्हां दे उत्ते बूटे फुੱਲ पा दिते। भी जपिया किहड़े वेले? कहंदे जप मैं जप रहा असल च ये किरत करदा होया भी मैं जुड़िया होया अकाल पुरख वाहिगुरु नाल।
ਉਹ ਇੱਕ ਅਵਸਥਾ ਹੀ ਆ ਬਸ। ਜਦੋਂ ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਵੇ, ਫਿਰ ਉੱਠਦੇ ਬੈਠਦੇ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਰਹਿਣ ਲੱਗ ਪੈਂਦਾ। ਪਰ ਉਹ ਚੇਤੇ ਰਹੇ, ਉਹਦੇ ਤੋਂ ਪਹਿਲਾਂ ਸਾਧ ਸੰਗਤ ਜੀ ਕੁਝ ਟਿਕਾ ਬਣਾ ਕੇ ਫਿਰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ। ਇਹ ਨਹੀਂ ਆਪਾਂ ਪਹਿਲੇ ਦਿਨ ਹੀ ਆਖੀਏ ਬਈ ਹਾਂ ਮੈਂ ਹੱਥਾਂ ਪੈਰਾਂ ਨਾਲ ਕਾਰ ਵੀ ਕਰੀ ਜਾਵਾਂ ਆਪਣੀ ਔਰ ਮੈਨੂੰ ਪ੍ਰਮਾਤਮਾ ਵੀ ਚੇਤੇ ਰਹੇ। ਪਹਿਲੇ ਦਿਨ ਇੱਦਾਂ ਨਹੀਂ ਹੁੰਦਾ। ਪਹਿਲਾਂ ਉਸ ਅਵਸਥਾ ਨੂੰ ਬਣਾਉਣਾ ਪੈਂਦਾ ਤੇ ਉਹਦੇ ਲਈ ਕੁਝ ਦੇਰ ਟਿਕ ਕੇ ਬੈਠਣਾ ਪੈਂਦਾ। ਭਗਤ ਨਾਮਦੇਵ ਜੀ ਬੈਠਦੇ ਰਹੇ। ਆਪਾਂ ਉਸ ਸਥਾਨ ਦੇ ਦਰਸ਼ਨ ਕੀਤੇ ਭਗਤ ਨਾਮਦੇਵ ਜੀ ਦੇ, ਜਿੱਥੇ ਉਹਨਾਂ ਦਾ ਜਨਮ ਹੋਇਆ। ਤੇ ਫਿਰ ਉਸ ਜਨਮ ਸਥਾਨ ਤੋਂ ਥੋੜਾ ਪਿੱਛੇ ਇੱਕ ਜਿੱਥੇ ਨਦੀ ਚੱਲਦੀ ਸੀ, ਉੱਥੇ ਉਹਨਾਂ ਦਾ ਉਹ ਸਥਾਨ ਬਣਿਆ ਜਿੱਥੇ ਜਾ ਕੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ। ਜਦੋਂ ਦਹੀਂ ਜਮਾਉਣਾ ਹੁੰਦਾ ਨਾ, ਸਿਆਣੇ ਵਿਦਵਾਨ ਪੁਰਸ਼ ਕਹਿੰਦੇ ਗੁਰਮੁਖੋ, ਦੁੱਧ ਨੂੰ ਗਰਮ ਕਰਕੇ ਜਦੋਂ ਆਪਾਂ ਜਾਗ ਲਾਉਂਦੇ ਉਹਨੂੰ ਪਹਿਲਾਂ 5-7 ਘੰਟੇ ਇੱਕ ਥਾਂ ਤੇ ਪਿਆ ਰਹਿਣ ਦੀ ਦਾ ਟੇਕ ਕੇ ਫੇਰ ਦਹੀਂ ਜੰਮਦਾ, ਤਾਂ ਉਹਦੇ 'ਚ ਫਿਰ ਆਪਾਂ ਮਧਾਣੀ ਪਾ ਕੇ ਤੇ ਉਹਦੇ 'ਚੋਂ ਮੱਖਣ ਕੱਢ ਸਕਦੇ ਹਾਂ। ਮੰਨ ਲਓ ਜੇ ਕਿਸੇ ਨੇ ਦੁੱਧ ਨੂੰ ਜਾਗ ਲਾਈ ਤੇ ਉਹਨੂੰ ਕਾੜਨੀ ਨੂੰ ਪਾ ਲਵੇ ਗਲ 'ਚ ਰੱਸੀ ਪਾ ਕੇ ਤੇ ਤੁਰਿਆ ਫਿਰੇ, ਕਦੀ ਵੀ ਦਹੀਂ ਨਹੀਂ ਜੰਮ ਸਕਦਾ ਜੇ ਆਪਾਂ ਇੱਕ ਥਾਂ ਤੇ ਰੱਖਾਂਗੇ ਨਾ। ਤੇ ਜਿਹਨੂੰ ਆਪਾਂ ਹਿਲਾਈ ਜਾਣਾ ਉਹ ਦਹੀਂ ਦਾ ਜਮਾ ਨਹੀਂ ਬਣਨਾ। ਇੱਕ ਥਾਂ ਤੇ ਪਹਿਲਾਂ 2-4-5-7 ਘੰਟੇ ਉਹ ਪਿਆ ਰਹੇਗਾ, ਫਿਰ ਉਹਦਾ ਜਮਾ ਬਣ ਜਾਣਾ। ਫਿਰ ਚਾਹੇ ਉਹਨੂੰ ਜਿੰਨੀ ਜ਼ੋਰ ਦੀ ਹਿਲਾਵਾਂਗੇ ਓਨੀ ਛੇਤੀ ਫਿਰ ਮੱਖਣ ਨਿਕਲੇਗਾ। ਪਰ ਉਸ ਅਵਸਥਾ 'ਚ ਉਹਨੂੰ ਪਹੁੰਚਾਉਣ ਲਈ ਪਹਿਲਾਂ ਟਿਕ ਕੇ 5-7 ਘੰਟੇ ਉਹਨੂੰ ਟਿਕਾਉਣਾ ਪੈਂਦਾ। ਜੇ ਭਗਤ ਨਾਮਦੇਵ ਜੀ ਨੇ ਜੋ ਆਖਿਆ ਨਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ ਹੱਥ ਪੈਰਾਂ ਨਾਲ ਕੰਮ ਕਰਦਿਆਂ ਚਿੱਤ ਜਿਹੜਾ ਨਿਰੰਜਨਾ ਰਹਿੰਦਾ। ਪਹਿਲੇ ਦਿਨ ਹੀ ਨਹੀਂ ਸੀ ਏਦਾਂ ਹੋ ਗਿਆ। ਪਹਿਲਾਂ ਘੰਟਿਆਂ ਬੱਧੀ ਬੈਠਦੇ ਰਹੇ ਉਹ। ਫਿਰ ਜਦੋਂ ਚਿੱਤ ਨਿਰੰਜਨ ਨਾਲ ਜੁੜ ਗਿਆ, ਉਦੋਂ ਬਾਅਦ ਆਪਣੀ ਕਿਰਤ ਕਰੀ ਜਾਂਦੇ, ਜੋ ਮਰਜ਼ੀ ਕਿਰਤ ਵਿਰਤ ਕਰਦੇ। ਫਿਰ ਉਹਨਾਂ ਦਾ ਧਿਆਨ ਉੱਥੋਂ ਟੁੱਟਦਾ ਨਹੀਂ। ਤਾਂ ਉਹਨਾਂ ਨੇ ਆਖਿਆ ਸੀ ਵੀ ਹੁਣ ਤੂੰ ਮੈਨੂੰ ਦੇਖਦਾ ਕੱਪੜੇ ਧੋਂਦੇ ਨੂੰ, ਸੁਕਾਉਂਦੇ ਨੂੰ, ਰੰਗ ਕਰਦੇ ਨੂੰ, ਪਰ ਅਸਲ ਵਿੱਚ ਹੁਣ ਮੈਂ ਅੰਦਰੋਂ ਜੁੜਿਆ ਤੇ ਇਹ ਸਾਰੀ ਕਿਰਤ ਵਿਰਤ ਕਰਦਿਆਂ ਵੀ ਜੁੜਿਆ ਹੋਇਆ ਮੇਰਾ ਮਨ। ਕਲਗੀਧਰ ਪਾਸ਼ਾ ਨੇ ਕਹਿੰਦਾ ਚੁੱਭੀ ਰਹੀ ਸੁਰਤ ਪ੍ਰਾਪਤ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਣ ਕਾ। ਕਿਤੇ ਸਾਡਾ ਮਨ ਹੀ ਨਹੀਂ ਸੀ ਕਰਦਾ ਸੰਸਾਰ ਤੇ ਆਉਣ, ਕਿਉਂਕਿ ਸਾਡੀ ਜਿਹੜੀ ਸੁਰਤ ਸੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਖੁੱਭੀ ਹੋਈ ਸੀ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਐਸੀ ਚੁੱਭੀ ਸੀ ਗੁਰਮੁਖ ਕਹਿੰਦੇ ਗੁਰਮੁਖੋ ਉਹ ਅਨੰਦਪੁਰ ਸਾਹਿਬ ਦੇ 8 ਮਹੀਨੇ ਦੇ ਘੇਰੇ ਵੇਲੇ ਵੀ ਨਹੀਂ ਟੁੱਟੀ। ਸਰਸਾ ਤੇ ਜਿੱਥੇ ਪਰਿਵਾਰ ਵਿਛੜ ਗਿਆ ਉਦੋਂ ਵੀ ਨਹੀਂ ਟੁੱਟੀ। ਚਮਕੌਰ ਦੀ ਗੜੀ 'ਚ 10 ਲੱਖ ਦਾ ਘੇਰਾ, 2 ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਵੀ ਨਹੀਂ ਟੁੱਟੀ। ਮਾਛੀਵਾੜੇ ਦੇ ਜੰਗਲਾਂ 'ਚ ਸੁੱਜੇ ਹੋਏ ਚਰਨਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਟਿੰਡ ਦਾ ਸਰਾਣਾ ਲਾ ਕੇ ਪਏ ਨੇ ਤਾਂ ਵੀ ਨਹੀਂ ਟੁੱਟੀ। ਐਸੀ ਚੁੱਭੀ ਸੀ। ਫਰਕ ਨਹੀਂ ਪਿਆ ਮਹਾਰਾਜ ਜੀ ਦੀ ਅਵਸਥਾ 'ਚ। ਉਹ ਜਿਹੜੇ ਗੁਰਮੁਖ ਨੇ ਉਹ ਗਿਣਤੀ ਦੇ ਹੁੰਦੇ ਜਿਨ੍ਹਾਂ ਨੂੰ ਹਰ ਵੇਲੇ ਪ੍ਰਮਾਤਮਾ ਚੇਤੇ ਰਹੇ। ਹਰ ਵੇਲੇ ਨਹੀਂ ਆਪਾਂ ਨੂੰ ਰਹਿੰਦਾ। ਹਾਂ, ਮੈਂ ਤਾਂ ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਮੰਨਦਾ ਜਿਹੜੇ ਸਵੇਰੇ ਪ੍ਰਮਾਤਮਾ ਨੂੰ ਚੇਤੇ ਕਰ ਲੈਂਦੇ, ਸ਼ਾਮ ਨੂੰ ਫਿਰ ਕਰ ਲੈਂਦੇ। ਕਮਾਲ ਦੀ ਮਰਿਆਦਾ ਮਹਾਰਾਜ ਨੇ ਦਿੱਤੀ ਵੀ ਸਵੇਰੇ ਉੱਠੋ, ਇਸ਼ਨਾਨ ਕਰੋ, 5 ਬਾਣੀਆਂ ਦਾ ਪਾਠ ਕਰੋ, ਚੇਤੇ ਕਰੋ ਅਕਾਲ ਪੁਰਖ ਵਾਹਿਗੁਰੂ ਨੂੰ। ਸਾਰਾ ਦਿਨ ਆਪਣੀ ਕਿਰਤ ਕਰੋ, ਸ਼ਾਮ ਨੂੰ ਫਿਰ ਰਹਿਰਾਸ ਸਾਹਿਬ ਦਾ ਸਮਾਂ ਹੋਇਆ ਤੇ ਫਿਰ ਪਰਮਾਤਮਾ ਨੂੰ ਚੇਤੇ ਕਰੋ। ਦੋਵੇਂ ਵੇਲੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਵਾਲਾ ਵੀ ਸੰਸਾਰ ਤੋਂ ਤਰਦਾ ਹੀ ਹੈ। ਪਰ ਜਿਹਨੂੰ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ ਉਹ ਹੁੰਦੇ ਆਤਮ ਗਿਆਨੀ, ਬ੍ਰਹਮ ਗਿਆਨੀ। ਵਿਰਲੇ ਹੁੰਦੇ ਉਹ। ਇਸ ਲਈ ਮਹਾਰਾਜ ਨੇ ਆਖਿਆ ਤਿੰਨਾਂ ਗੁਰਸਿੱਖਾਂ ਕਹੋਂ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਵਾਰਨੇ ਜਾਣਾ, ਸਦਕੇ ਜਾਣਾ ਜਿਨ੍ਹਾਂ ਨੂੰ ਉੱਠਦਿਆਂ ਬਹਿੰਦਿਆਂ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਚੇਤੇ ਰਹਿੰਦਾ। ਇਹ ਇੱਕ ਭਾਵਨਾ ਹੁੰਦੀ ਹੈ। ਜਿਵੇਂ ਇੱਕ ਗੁਰਮੁਖ ਮੈਨੂੰ ਮਿਲੇ ਸੀ, ਉਹਨਾਂ ਨੇ ਏਦਾਂ ਬਚਨ ਚੱਲਦੇ ਪਏ ਸੀ ਤੇ ਉਹਨਾਂ ਬੜਾ ਸੋਹਣਾ ਬਚਨ ਸੁਣਾਇਆ। ਉਹ ਕਹਿੰਦੇ ਗਿਆਨੀ ਜੀ ਮੇਰੀ ਭਾਣਜੀ ਹੈ 20 ਸਾਲ ਦੀ, ਤੇ ਉਹ ਹਰ ਵੇਲੇ ਸਿਰ ਢੱਕ ਕੇ ਰੱਖਦੀ। ਤੇ ਕਹਿੰਦੇ ਉਹ ਜਿਹੜੀਆਂ ਸਹੇਲੀਆਂ ਸੀ ਉਹਦੀਆਂ, ਮੇਰੀ ਭਾਣਜੀ ਦੀਆਂ, ਉਹਦੀਆਂ ਫਰੈਂਡਾਂ ਨੇ ਆਖਿਆ ਵੀ ਤੂੰ ਹਰ ਵੇਲੇ ਸਿਰ ਢੱਕਣ ਦੀ ਲੋੜ ਨਹੀਂ ਹੁੰਦੀ, ਵੀ ਇਹ ਚੰਗਾ ਨਹੀਂ ਲੱਗਦਾ, ਵੀ ਠੀਕ ਆ ਜਦੋਂ ਗੁਰਦੁਆਰਾ ਸਾਹਿਬ ਜਾਣਾ ਉਦੋਂ ਤਾਂ ਢੱਕਣਾ, ਤੇ ਤੂੰ ਅੱਗੋਂ ਪਿੱਛੋਂ ਵੀ ਹਰ ਵੇਲੇ ਸਿਰ ਹੀ ਬੰਨੀ ਰੱਖਦੀ। ਤਾਂ ਉਹ ਕਹਿੰਦੇ ਮੇਰੀ ਭਾਣਜੀ ਨੇ ਆਖਿਆ ਭਈ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਉਦੋਂ ਕਿਉਂ ਢੱਕਣਾ,
ਤੇ ਉਹ ਕਹਿੰਦੀਆਂ ਵੀ ਉਦੋਂ ਤਾਂ ਉੱਥੇ ਤਾਂ ਮਹਾਰਾਜ ਆ, ਤੇ ਜਦੋਂ ਮਹਾਰਾਜ ਕੋਲ ਜਾਣਾ ਉਦੋਂ ਤਾਂ ਫਿਰ ਢੱਕਣਾ ਹੀ ਆ ਨਾ। ਇਹ ਤਾਂ ਮਰਿਆਦਾ ਵੀ ਜਦੋਂ ਆਪਾਂ ਮਹਾਰਾਜ ਕੋਲ ਜਾਣਾ ਉਦੋਂ ਢੱਕਣਾ ਹੀ ਆ। ਤੇ ਕਹਿੰਦੇ ਉਹਨੇ ਅੱਗੇ ਜਵਾਬ ਦਿੱਤਾ, ਉਹ ਕਹਿੰਦੀ ਵੀ ਠੀਕ ਹੈ, ਜੇ ਆਪਾਂ ਜਦੋਂ ਮਹਾਰਾਜ ਕੋਲ ਜਾਣਾ ਉਦੋਂ ਢੱਕਦੇ ਆ ਨਾ, ਤਾਂ ਮੈਨੂੰ ਐਂ ਲੱਗਦਾ ਰਹਿੰਦਾ ਹਰ ਵੇਲੇ ਮੈਂ ਮਹਾਰਾਜ ਦੇ ਕੋਲ ਆ, ਹਰ ਵੇਲੇ ਮਹਾਰਾਜ ਮੇਰੇ ਕੋਲ ਹੈ। ਤੇ ਕਹਿੰਦੇ ਮੈਂ ਫਿਰ ਕਿਹੜੇ ਵੇਲੇ ਸਿਰ ਨੰਗਾ ਕਰ ਸਕਦੀ ਹਾਂ ਆਪਣਾ, ਮੈਨੂੰ ਤਾਂ ਐਂ ਲੱਗਦਾ ਰਹਿੰਦਾ ਵੀ ਮਹਾਰਾਜ ਹਰ ਵੇਲੇ ਮੇਰੇ ਨਾਲ ਹੈ, ਇਸ ਕਰਕੇ ਮੈਂ ਹਰ ਵੇਲੇ ਢੱਕ ਕੇ ਰੱਖਦੀ। ਇਹ ਇੱਕ ਭਾਵਨਾ ਹੁੰਦੀ ਹੈ, ਇਹ ਸਮਝ ਲਓ ਤੁਸੀਂ ਇੱਕ ਮਨ ਦੀ ਅਵਸਥਾ, ਫੀਲਿੰਗ ਹੈ ਆਪਾਂ ਜਿਹਨੂੰ ਕਹਿ ਸਕਦੇ ਹਾਂ ਭਈ ਉਹਨੂੰ ਐਂ ਲੱਗਦਾ ਵੀ ਮਹਾਰਾਜ ਹਰ ਵੇਲੇ ਮੇਰੇ ਨਾਲ। ਪਰ ਕੋਈ ਇਸ ਤਰ੍ਹਾਂ ਦਾ ਹੁੰਦਾ ਜਿਹਨੂੰ ਐਂ ਲੱਗੇ ਵੀ ਗੁਰੂ ਸਾਹਿਬ ਸਦਾ ਹੀ ਮੇਰੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕੋਈ ਐਸਾ ਹੁੰਦਾ ਜਿਹਨੂੰ ਹਰ ਵੇਲੇ ਪ੍ਰਮਾਤਮਾ ਚੇਤੇ ਰਹੇ। ਉਹਨਾਂ ਤੋਂ ਚੌਥੇ ਪਾਤਸ਼ਾਹ ਕਹਿੰਦੇ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ ਗੁਰਮੁਖੋ, ਤਿੰਨਾਂ ਗੁਰਸਿੱਖਾਂ ਕਹੋਂ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਸ਼ਲੋਕ ਮਹੱਲਾ ਤੀਜਾ, ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਅਗਲਾ ਸ਼ਲੋਕ ਤੀਸਰੇ ਪਾਤਸ਼ਾਹ ਜੀ ਦਾ। ਹਜ਼ੂਰ ਕਿਰਪਾ ਕਰਦੇ, ਨਾਮ ਦਾ ਖਜ਼ਾਨਾ ਨਾ ਜਿਹੜਾ ਗੁਰਮੁਖੋ, ਨਾਮ ਜਿਹੜਾ ਇਹ ਖਜ਼ਾਨਿਆਂ ਦਾ ਮਾਲਕ ਹੈ। ਨਾਨਕ ਨਾਮ ਨਿਧਾਨ ਹੈ, ਨਿਧਾਨ ਖਜ਼ਾਨੇ ਨੂੰ ਕਹਿੰਦੇ। ਕਹਿੰਦੇ ਜਿਹਦੇ ਕੋਲ ਨਾਮ ਹੈ ਸਮਝ ਲਓ ਉਹਦੇ ਕੋਲੇ ਸਾਰੇ ਖਜ਼ਾਨੇ ਨੇ, ਉਹ ਖਜ਼ਾਨੇ ਦਾ ਮਾਲਕ ਹੈ। ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਪਰ ਇਹ ਪਾਇਆ ਕਿੱਥੋਂ ਜਾਂਦਾ, ਪ੍ਰਾਪਤੀ ਕਿੱਥੋਂ ਹੁੰਦੀ? ਮੁਖੀ ਗੁਰੂ ਕੋਲੋਂ, ਜਿਹੜਾ ਪੂਰਾ ਗੁਰੂ ਹੈ ਤਾਂ ਨਾਮ ਖਜ਼ਾਨਿਆਂ ਦਾ ਮਾਲਕ, ਲੇਕਿਨ ਮਿਲਦਾ ਸਿਰਫ ਗੁਰੂ ਸਾਹਿਬ ਕੋਲੋਂ ਹੀ ਹੈ, ਜਿੱਥੋਂ ਮਰਜ਼ੀ ਨਹੀਂ ਆਪਾਂ ਲੈ ਸਕਦੇ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ। ਕਹਿੰਦੇ ਮਨਮੁਖ ਦੀ ਨਿਸ਼ਾਨੀ ਹੈ, ਉਹਦੇ ਹਿਰਦੇ ਵਿੱਚ ਵੀ ਆਤਮ ਵਸਤੂ ਹੈ, ਜੋਤ ਹੈ ਪ੍ਰਮਾਤਮਾ ਦੀ, ਪਰ ਉਹਨੂੰ ਜਾਣਕਾਰੀ ਕੋਈ ਨਹੀਂ ਇਹਦੀ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ, ਜਿਹੜੀ ਇਹ ਆਤਮ ਵਸਤੂ, ਵੱਥ ਦਾ ਅਰਥ ਹੁੰਦਾ ਵਸਤੂ, ਇਹ ਮਨਮੁਖ ਦੇ ਅੰਦਰ ਵੀ ਹੈ, ਗੁਰਮੁਖ ਦੇ ਅੰਦਰ। ਫਿਰ ਫਰਕ ਕੀ ਹੈ? ਜਦੋਂ ਦੋਨਾਂ ਦੇ ਅੰਦਰ, ਤੇ ਇੱਕ ਨੂੰ ਆਪਾਂ ਮਨਮੁਖ ਕਿਵੇਂ ਕਹਿ ਸਕਦੇ, ਦੂਜੇ ਨੂੰ ਗੁਰਮੁਖ ਕਿਵੇਂ? ਫਰਕ ਸਿਰਫ ਇਹ ਹੈ, ਗੁਰਮੁਖ ਨੇ ਉਹਨੂੰ ਅਨੁਭਵ ਕਰ ਲਿਆ ਤੇ ਮਨਮੁਖ ਦੀ ਸਾਰੀ ਉਮਰ ਨਿਕਲ ਜਾਂਦੀ, ਉਹਨੂੰ ਅਨੁਭਵ ਨਹੀਂ ਹੁੰਦਾ ਵੀ ਪ੍ਰਮਾਤਮਾ ਦੀ ਜੋਤ ਹੈ ਮੇਰੇ ਅੰਦਰ, ਮੈਂ ਪ੍ਰਮਾਤਮਾ ਦੀ ਅੰਸ਼ ਹਾਂ, ਇਹ ਆਤਮ ਵਸਤੂ ਮੇਰੇ ਕੋਲੇ ਵੀ ਹੈਗੀ ਹੈ। ਹਮਾਰਾ ਨਾ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਕਹਿੰਦੇ ਅੰਮ੍ਰਿਤ ਤਾਂ ਸਾਰਿਆਂ ਦੇ ਅੰਦਰ ਹੈ, ਪਰ ਇਹ ਪੰਜੇ ਵਕਾਰ ਜਦੋਂ ਲੁੱਟਦੇ ਨੇ ਅੰਦਰਲੇ ਅੰਮ੍ਰਿਤ ਨੂੰ, ਮਨਮੁਖ ਨੂੰ ਪਤਾ ਨਹੀਂ ਲੱਗਦਾ। ਸਿਰਫ ਇੰਨਾ ਹੀ ਫਰਕ ਹੈ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ। ਦੂਸਰੇ ਨੂੰ ਸਮਝ ਆ ਜਾਂਦੀ ਹੈ, ਉਹਨੂੰ ਨਹੀਂ ਆਉਂਦੀ। ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ, ਅੰਧੇ ਭੌਕ ਮੂਏ ਬਿਲ ਲਾਏ। ਕਹਿੰਦੇ ਉਹ ਅੰਨੇ ਵਰਲਾਪ ਕਰਦੇ ਹੀ ਹੋਰ ਨਾ ਚੀਜ਼ਾਂ ਦਾ, ਭੌਂਕ ਦਾ ਮਤਲਬ ਹੁੰਦਾ ਵਿਅਰਥ ਬੋਲੀ ਜਾਣਾ, ਇਦਾਂ ਹੀ ਚੱਲ ਜਾਂਦੇ ਵਰਲਾਪ ਕਰਦੇ ਦੁਨੀਆ ਤੋਂ। ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਕਹਿੰਦੇ ਗੁਰਮੁਖੋ, ਉਹਨਾਂ ਗੁਰਮੁਖਾਂ ਜਿਨ੍ਹਾਂ ਦੀ ਲਿਵ ਸੱਚੇ ਨਾਮ 'ਚ ਲੱਗੀ, ਉਹਨਾਂ ਦੀ ਕਾਇਆ ਵੀ ਨਿਰਮਲ ਹੁੰਦੀ। ਉਵੇਂ ਕਾਇਆ ਨੂੰ, ਸਰੀਰ ਨੂੰ ਨਿਰਮਲ ਕਿਤੇ ਨਹੀਂ ਆਖਿਆ, ਸਰੀਰ ਪਵਿੱਤਰ ਹੀ ਮੰਨਿਆ ਜਾਂਦਾ। ਬਲਕਿ ਮਹਾਰਾਜ ਨੇ ਆਖਿਆ ਦੇਹੀ ਧੋਏ ਨਾ ਉਤਰ ਸਮੈਲ, ਵੀ ਇਹ ਦੇਹੀ ਧੋਣ ਨਾਲ ਕੁਛ ਨਹੀਂ ਫਰਕ ਪੈਂਦਾ, ਇਹ ਧੋਣ ਤੋਂ ਬਾਅਦ ਵੀ ਪਵਿੱਤਰ ਨਹੀਂ ਹੁੰਦੀ। ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਜਿਹਨੇ ਸਿਰਫ ਪਿੰਡਾ ਧੋ ਲਿਆ ਤੇ ਆਖੇ ਮੈਂ ਸੁੱਚਾ ਹੋ ਗਿਆ, ਮਹਾਰਾਜ ਕਹਿੰਦੇ ਹੁਣ ਆਸਾ ਦੀ ਵਾਰ ਦਾ ਇਹ ਬਚਨ ਹੈ, ਕਹਿੰਦੇ ਏਦਾਂ ਤਾਂ ਸੁੱਚਾ ਨਹੀਂ ਹੁੰਦਾ ਬੰਦਾ। ਸੁੱਚੇ ਉਹ ਨੇ ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਮ ਹੈ। ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ 'ਚ ਨਾਮ ਵਸਿਆ, ਪ੍ਰੀਤੀ ਵਸੀ, ਉਹ ਸੁੱਚੇ ਨੇ। ਸਿਰਫ ਪਿੰਡਾ ਧੋਣ ਨਾਲ ਕੋਈ ਸੁੱਚਾ ਨਹੀਂ ਹੋ ਜਾਂਦਾ। ਪਰ ਇੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ, ਕੁਝ ਲੋਕ ਐਸੇ ਹੁੰਦੇ ਜਿਨ੍ਹਾਂ ਦਾ ਸਰੀਰ ਵੀ ਪਵਿੱਤਰ ਹੁੰਦਾ, ਸੁੱਚਾ ਹੁੰਦਾ। ਕਿਹਨਾਂ ਦਾ? ਜਿਵੇਂ ਆਪਾਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਤੇ ਤੀਸਰੇ ਪਾਤਸ਼ਾਹ ਜੀ ਦਾ ਹੀ ਬਚਨ ਹੈ, ਕਹੋ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਕਹਿੰਦੇ ਗੁਰਮੁਖੋ, ਜਿਨ੍ਹਾਂ ਦਾ ਚਿੱਤ ਸਤਿਗੁਰੂ ਨਾਲ ਲੱਗ ਗਿਆ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ,
ਮਨ ਤਾਂ ਪਵਿੱਤਰ ਹੈ ਹੀ, ਉਹਨਾਂ ਦੀ ਕਾਇਆ ਵੀ ਪਵਿੱਤਰ ਹੈ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ, ਉਹਨਾਂ ਦਾ ਸਰੀਰ ਵੀ ਪ੍ਰਮਾਤਮਾ ਨੂੰ ਪ੍ਰਵਾਨ ਹੈ। ਇਸੇ ਕਰਕੇ ਹੀ ਉਸ ਪਵਿੱਤਰ ਮਨ ਤੇ ਪਵਿੱਤਰ ਸਰੀਰ ਵਾਲਿਆਂ ਨੂੰ ਆਪਾਂ ਬੇਨਤੀਆਂ ਕਰਦੇ ਹਾਂ ਜੀ, ਚਰਨ ਪਾਇਓ ਜੀ, ਕਿਰਪਾ ਕਰਿਓ ਜੀ, ਅਰਦਾਸ ਕਰ ਦਿਓ ਜੀ। ਕਿਉਂਕਿ ਕੁਝ ਲੋਕਾਂ ਦਾ ਮਨ ਤਨ ਦੋਨੋਂ ਪ੍ਰਮਾਤਮਾ ਨੂੰ ਪ੍ਰਵਾਨ ਹੋ ਗਏ ਹੁੰਦੇ, ਉਹਨਾਂ ਦੀ ਕਾਇਆ ਵੀ ਕਹਿੰਦੇ ਗੁਰਮੁਖੋ ਨਿਰਮਲੀ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲੱਗੀ। ਜਿਹੜੀ ਕਾਇਆ ਸੱਚੇ ਨਾਮ ਨਾਲ ਲੱਗੀ ਹੈ ਨਾ ਗੁਰਮੁਖੋ, ਉਹਨਾਂ ਦੀ ਕੰਚਨ ਵਰਗੀ ਕਾਇਆ ਹੁੰਦੀ ਨਿਰਮਲ, ਸਰੀਰ ਵੀ ਉਹਨਾਂ ਦਾ ਪਵਿੱਤਰ ਹੀ ਹੁੰਦਾ। ਨਿਰਮਲ ਜੋਤ ਨਿਰੰਜਨ ਪਾਇਆ, ਉਹਨਾਂ ਨੇ ਉਹ ਜਿਹੜੀ ਪਵਿੱਤਰ ਜੋਤ ਹੈ ਨਾ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦੀ, ਉਹਦੀ ਪ੍ਰਾਪਤੀ ਕਰ ਲਈ। ਗੁਰਮੁਖ ਭਰਮ ਭਉ ਭਾਗੀ, ਕਹਿੰਦੇ ਉਹਨਾਂ ਗੁਰਮੁਖਾਂ ਦਾ ਭਰਮ ਭੈ ਸਭ ਕੁਝ ਨਾਸ ਹੋ ਜਾਂਦਾ, ਕੋਈ ਭਰਮ ਨਹੀਂ ਮਨ 'ਚ ਰਹਿ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ। ਉਹਨਾਂ ਦੇ ਭਰਮ ਵੀ ਖਤਮ ਹੋ ਜਾਂਦੇ ਤੇ ਭੈ ਵੀ ਖਤਮ ਹੋ ਜਾਂਦੇ। ਨਾਨਕ ਗੁਰਮੁਖ ਸਦਾ ਸੁਖ ਪਾਵੈ, ਕਹਿੰਦੇ ਐਸੇ ਗੁਰਮੁਖ ਸਦਾ ਸੁਖ ਪਾਉਂਦੇ, ਸਦਾ ਸੁਖ। ਸਦਾ ਦਾ ਸੁਖ ਵੀ ਆਪਣਾ ਅਨੁਭਵ ਹੀ ਹੁੰਦਾ, ਨਹੀਂ ਤਾਂ ਦੁਨਿਆਵੀ ਤੌਰ ਤੇ ਸਦਾ ਸੁਖੀ ਨਹੀਂ ਕਦੇ ਕੋਈ ਰਹਿੰਦਾ। ਕਦੇ ਸੁੱਖ ਵੀ ਆ ਜਾਂਦਾ, ਕਦੇ ਚਿੰਤਾ ਆ ਜਾਂਦੀ, ਕਦੇ ਫਿਕਰ ਆ ਗਿਆ, ਕਦੇ ਫਿਰ ਫਿਕਰ ਲੱਥ ਗਿਆ, ਕਦੇ ਫਿਰ ਸੁੱਖ ਆ ਗਿਆ, ਕਦੇ ਖੁਸ਼ੀ ਆ ਗਈ, ਕਦੇ ਗਮੀ ਆ ਗਈ। ਸੰਸਾਰ 'ਚ ਇੱਦਾਂ ਚੱਲਦਾ ਰਹਿੰਦਾ। ਸਦਾ ਦਾ ਸੁੱਖ ਭਗਤਾਂ ਨੂੰ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਰਨ। ਸਿਰਫ ਭਗਤ ਨੇ ਜਿਨ੍ਹਾਂ ਨੂੰ ਸਦਾ ਹੀ ਖੇੜਾ ਰਹਿੰਦਾ, ਕਦੇ ਵੀ ਉਹਨਾਂ ਨੂੰ ਚਿੰਤਾ ਤੇ ਫਿਕਰ ਘੇਰਦਾ ਹੀ ਨਹੀਂ ਆ ਕੇ। ਜੇ ਭਗਤ ਰਦਾਸ ਜੀ ਨੇ ਆਖਿਆ ਨਾ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਦੋ ਨਹੀਂ ਤੇ ਠਾਓ, ਕਹਿੰਦੇ ਮੈਂ ਬੇਗਮਪੁਰੇ ਦਾ ਵਾਸੀ, ਬੇਗਾਮਪੁਰਾ, ਜਿੱਥੇ ਗਮ ਹੈ ਨਹੀਂ, ਫਿਕਰ ਨਹੀਂ ਹੈ, ਚਿੰਤਾ ਨਹੀਂ ਹੈ, ਉਹਨਾਂ ਨੂੰ ਸਦਾ ਸੁੱਖ ਹੁੰਦਾ। ਨਾਨਕ ਗੁਰਮੁਖ ਸਦਾ ਸੁੱਖ ਪਾਵੈ, ਕਹਿੰਦੇ ਗੁਰਮੁਖਾਂ ਨੂੰ ਤੇ ਸਦਾ ਸੁੱਖ ਹੈ। ਗੁਰਮੁਖੋ ਆਨ ਦਿਨ ਹਰ ਬੈਰਾਗੀ, ਦਿਨੇ ਰਾਤ ਉਹਨਾਂ ਦਾ ਮਨ ਬਰਾਗੀ ਹੁੰਦਾ ਪਰਮਾਤਮਾ ਦੇ ਪ੍ਰੇਮ 'ਚ ਨਾ। ਬਰਾਗ ਦਾ ਅਰਥ ਵੀ ਪ੍ਰੇਮ ਹੀ ਹੈ। ਦਿਨੇ ਰਾਤ ਪ੍ਰੇਮ ਲੱਗਾ ਰਹਿੰਦਾ ਉਹਨਾਂ ਦੇ ਮਨ ਨੂੰ, ਦਿਨੇ ਰਾਤ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੱਗਾ ਰਹਿਣਾ। ਕਹਿੰਦੇ ਬੰਦਾ ਬੜਾ ਬਰਾਗੀ ਜਿਹਾ ਭਾਈ। ਬਰਾਗੀਆਂ ਦਾ ਉਵੇਂ ਇੱਕ ਫਿਰਕਾ ਵੀ ਹੈ, ਪਰ ਬਰਾਗ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਦੇ ਮਨ ਨੂੰ ਦਿਨੇ ਰਾਤ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੱਗਾ, ਕਹਿੰਦੇ ਉਹ ਤੇ ਸਦਾ ਦੇ ਸੁਖੀ ਹੈ। ਪੌੜੀ ਸੇ ਗੁਰ ਸਿੱਖ ਧਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਚੌਥੇ ਪਾਤਸ਼ਾਹ ਦਾ ਵਚਨ, ਕਹਿੰਦੇ ਉਹ ਗੁਰੂ ਕੇ ਸਿੱਖ ਧਨ ਨੇ ਭਾਈ, ਧਨ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਕੰਨ ਦੇ ਕੇ ਸੁਣਿਆ। ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਉਵੇਂ ਆਪਾਂ ਆਖਾਂਗੇ ਵੀ ਸਾਰਿਆਂ ਨੇ ਕੰਨ ਨਾਲ ਹੀ ਸੁਣਿਆ। ਹਾਂ, ਆਵਾਜ਼ ਤਾਂ ਸਾਰਿਆਂ ਦੇ ਕੰਨਾਂ 'ਚ ਹੀ ਪੈਂਦੀ ਹੈ, ਪਰ ਬਹੁਤਿਆਂ ਨੇ ਸੁਣਿਆ ਹੀ ਨਹੀਂ ਹੁੰਦਾ, ਧਿਆਨ ਦੇ ਕੇ ਨਹੀਂ ਸੁਣਿਆ ਹੁੰਦਾ। ਜਿਹਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਕੰਨੀ ਦਾ ਮਤਲਬ ਕੰਨ ਦੇ ਕੇ, ਧਿਆਨ ਦੇ ਕੇ ਸੁਣ। ਕਹਿੰਦੇ ਕੰਨ ਕਰਕੇ ਸੁਣ ਮੇਰੀ ਗੱਲ। ਜਾ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੁੰਨ ਕਰਤਾਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ। ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ, ਕੰਨ ਦੇ ਕੇ ਮੇਰੀ ਗੱਲ ਸੁਣ, ਪਰ ਮੇਰੇ ਵੱਲ ਧਿਆਨ ਕਰਕੇ। ਯਕ ਅਰਜ, ਕਹਿੰਦੇ ਮੈਂ ਕਰਜ ਕਰਨ ਲੱਗਾ। ਜਾਂ ਕਰਜ ਗੁਸਤਮ ਪੇਸ ਤੋਂ ਦਰ ਗੋਸ ਕੁੰਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬਿਆਬ ਪਰਵਦਗਾਰ। ਕਹਿੰਦੇ ਮੇਰੀ ਅਰਜ ਥੋੜੀ ਜੀ ਨਾ, ਮੇਰੇ ਵੱਲ ਧਿਆਨ ਕਰਕੇ ਸੁਣ ਪ੍ਰਮਾਤਮਾ, ਮੇਰੇ ਵੱਲ ਧਿਆਨ ਕਰ, ਮੈਂ ਅਰਜ ਕਰਨ ਲੱਗਾ। ਕੰਨ ਦੇ ਕੇ ਸੁਣਨ ਦਾ ਮਤਲਬ ਹੁੰਦਾ ਵੀ ਧਿਆਨ ਦੇ ਕੇ ਸੁਣਨਾ, ਧਿਆਨ ਨਾਲ ਗੱਲ ਸੁਣਨੀ। ਜੇ ਬੇਧਿਆਨੇ ਸੁਣੀ ਜਾਵੇ, ਆਵਾਜ਼ ਕੰਨ 'ਚ ਪੈਂਦੀ, ਫਿਰ ਵੀ ਕਈ ਵਾਰੀ ਕਹਿੰਦੇ ਕੀ ਆਖਿਆ, ਮੇਰਾ ਧਿਆਨ ਨਹੀਂ ਸੀ, ਮੈਂ ਸੁਣੀ ਨਹੀਂ ਤੇਰੀ ਗੱਲ। ਆਵਾਜ਼ ਤਾਂ ਪਈ ਕੰਨਾਂ 'ਚ, ਪਰ ਕਹਿੰਦੇ ਮੇਰਾ ਧਿਆਨ ਹੀ ਨਹੀਂ ਸੀ, ਕੀ ਆਖਿਆ ਤੂੰ। ਇਸ ਲਈ ਗੁਰਮੁਖਾਂ ਨੇ ਸਿਰਫ ਕੰਨ 'ਚ ਆਵਾਜ਼ ਪੈਣ ਦਾ ਨਾਂ ਸੁਣਨਾ ਨਹੀਂ ਰੱਖਿਆ। ਤਾਂ ਹੀ ਗੁਰਮੁਖ ਕਹਿੰਦੇ ਵੀ ਕੰਨ 'ਚ ਆਵਾਜ਼ ਪਈ ਤੇ ਕੋਈ ਬੰਦਾ ਆਖੇ ਨੇ ਸੁਣ ਲਿਆ, ਨਹੀਂ। ਕਈ ਵਾਰ ਕੰਨ 'ਚ ਆਵਾਜ਼ ਪੈ ਰਹੀ ਹੁੰਦੀ, ਪਰ ਫਿਰ ਵੀ ਸੁਣਿਆ ਨਹੀਂ ਹੁੰਦਾ ਉਹਨੇ। ਕਈ ਵਾਰੀ ਆਪਾਂ ਕਹਿੰਦੇ ਨਾ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਭਾਈ, ਸੁਣਦਾ ਕਿਉਂ ਨਹੀਂ? ਉਹ ਕਹਿੰਦੇ ਮੇਰਾ ਧਿਆਨ ਹੀ ਨਹੀਂ ਸੀ, ਖਿਆਲ ਨਹੀਂ ਸੀ ਇਸ ਪਾਸੇ। ਆਵਾਜ਼ ਤਾਂ ਪੈ ਰਹੀ ਕੰਨ 'ਚ, ਪਰ ਧਿਆਨ ਨਾ ਹੋਣ ਕਰਕੇ ਪਤਾ ਨਹੀਂ ਲੱਗਾ। ਸਿਰਫ ਉਹਦਾ ਹੀ ਸੁਣਿਆ
ਮੰਨਿਆ ਜਾਂਦਾ ਵੀ ਜਿਸ ਨੇ ਧਿਆਨ ਨਾਲ ਸੁਣਿਆ। ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਕਹਿੰਦੇ ਜਿਨ੍ਹਾਂ ਨੇ ਕੰਨ ਦੇ ਕੇ ਧਿਆਨ ਨਾਲ ਸੁਣਿਆ ਉਹ ਗੁਰੂ ਕੇ ਸਿੱਖ ਧਨ ਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਲਿਆ। ਬੇਧਿਆਨੇ ਤੇ 1000 ਵਾਰ ਆਪਾਂ ਪ੍ਰਮਾਣ ਸੁਣੇ ਹੋਣਗੇ, ਕੋਈ ਇੱਕ ਪ੍ਰਮਾਣ ਤੁਸੀਂ ਲੈ ਲਓ ਜਿਹੜੇ ਆਮ ਪ੍ਰਚਲਿਤ ਹੈ ਆਪਣੇ ਨਿਤਨੇਮ 'ਚ। ਚਲੋ ਇੱਕ ਆ ਬਚਨ ਆਉਂਦਾ ਮਹਾਰਾਜ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਣ ਕੀ ਇਹ ਤੇਰੀ ਬਰੀਆ ਵਰਕਾਇ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਰੋਜ਼ ਆਪਾਂ ਪੜ੍ਹਦੇ ਇਹ, ਰੋਜ਼ ਜਿਹੜੇ ਰਾਧਾ ਸਾਹਿਬ ਦਾ ਪਾਠ ਕਰਦੇ ਉਹਨਾਂ ਨੂੰ ਪਤਾ ਰੋਜ਼ ਇਹ ਬਚਨ ਆਉਣਾ, ਜਿਹੜੇ ਸੁਣਦੇ ਉਹ ਰੋਜ਼ ਸੁਣਦੇ। ਪਰ ਜੇ ਧਿਆਨ ਨਾਲ ਨਹੀਂ ਸੁਣਿਆ ਤਾਂ ਭਾਵੇਂ 30 ਸਾਲ ਸੁਣੋ। ਕਿਉਂ? ਕਿਉਂਕਿ ਜੇ ਧਿਆਨ, ਜਿਸ ਦਿਨ ਧਿਆਨ ਨਾਲ ਸੁਣਿਆ ਇਹ ਪਤਾ ਲੱਗੇਗਾ ਮਹਾਰਾਜ ਦੇ ਬਚਨ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਤੈਨੂੰ ਮਨੁੱਖਾ ਦੇ ਜਿਹੜੀ ਪ੍ਰਾਪਤ ਹੋਈ ਆ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਸੀ ਤੇਰੀ। ਜਿਸ ਦਿਨ ਧਿਆਨ ਨਾਲ ਸੁਣਿਆ ਫਿਰ ਜ਼ਰੂਰ ਮਨ ਚ ਆਵੇਗਾ ਸ਼ਾਇਦ ਮੇਰੀ ਤੇ ਵਾਰੀ ਸੀ ਭਾਈ ਪ੍ਰਮਾਤਮਾ ਨੂੰ ਮਿਲਣ ਦੀ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਮਹਾਰਾਜ ਜਿੱਦਣ ਧਿਆਨ ਨਾਲ ਸੁਣ ਲਿਆ, ਮਹਾਰਾਜ ਕਹਿੰਦੇ ਬਾਕੀ ਧੰਦੇ ਪ੍ਰਲੋਕ ਤੇਰੇ ਕੰਮ ਨਹੀਂ ਆਉਣਗੇ, ਤੇਰੇ ਕੰਮ ਦਾ ਇੱਕੋ ਹੀ ਧੰਦਾ ਹੈ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਜਪਣਾ। ਜਿਸ ਦਿਨ ਧਿਆਨ ਨਾਲ ਸੁਣ ਲਿਆ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਭਾਜ ਦਾ ਅਰਥ ਹੁੰਦਾ ਭਜਨ ਕਰਨਾ। ਕਹਿੰਦੇ ਕੇਵਲ ਨਾਮ ਦਾ ਭਜਨ ਕਰ। ਕਿਵੇਂ? ਸਰੰਜਾਮ ਲਾਗ ਭਵ ਜਲ ਤਰਨ ਕੈ। ਸਰੰਜਾਮ ਦਾ ਅਰਥ ਹੁੰਦਾ ਉਦਮ ਕਰਨਾ, ਯਤਨ ਕਰਨਾ, ਖੇਚਲ ਕਰਨੀ। ਕਹਿੰਦੇ ਸੰਸਾਰ ਤੋਂ ਤਰਨ ਵਾਸਤੇ ਥੋੜੀ ਕੁ ਖੇਚਲ ਕਰਿਆ ਕਰ। ਆਪਣੇ ਸਰੀਰ ਲਈ ਤਾਂ ਆਪਾਂ ਖੇਚਲ ਕਰਦੇ ਹੀ ਹੈ ਨਾ, ਕਰਨੀ ਵੀ ਚਾਹੀਦੀ ਹੈ, ਕੋਈ ਪਾਪ ਨਹੀਂ ਹੁੰਦਾ। ਧਰਮ ਦੀ ਕਿਰਤ ਕਰਨੀ ਕੋਈ ਮਹਾਰਾਜ ਨੇ ਮਨਾ ਨਹੀਂ ਕੀਤਾ। 8 ਘੰਟੇ ਦੀ ਖੇਚਲ ਕਰ ਲੈਂਦੇ ਹਾਂ ਨਾ ਆਪਾਂ, ਤੇ ਕਈ ਵਾਰ 1 ਘੰਟਾ ਆਪਾਂ ਨੂੰ ਜੋਬ ਤੇ ਜਾਣ ਲਈ ਲੱਗ ਜਾਂਦਾ, ਇੱਕ ਵਾਪਸ ਆਉਣ ਲਈ 10 ਘੰਟੇ ਹੋ ਗਏ ਸਾਰੇ। ਕਹਿੰਦੇ ਤੂੰ 10 ਘੰਟੇ ਦੀ ਖੇਚਲ ਕਰ ਸਕਦਾ ਤੇ 1 ਘੰਟੇ ਦੀ ਸੰਸਾਰ ਤੋਂ ਤਰਨ ਵਾਸਤੇ ਵੀ ਕਰ ਲਿਆ ਕਰ। ਸਰੰਜਾਮ ਲਾਗ ਭਵ ਜਲ ਤਰਨ ਕੈ। ਸਰੰਜਾਮ ਦਾ ਅਰਥ ਉਦਮ ਕਰਿਆ ਕਰ, ਕੋਈ ਯਤਨ ਕਰਿਆ, ਥੋੜੀ ਜਿਹੀ ਖੇਚਲ ਕਰਿਆ ਕਰ ਸੰਸਾਰ ਤੋਂ ਤਰਨ ਵਾਸਤੇ। ਸਰੰਜਾਮ ਲਾਗ ਭਵ ਜਲ ਤਰਨ ਕੈ। ਹੁਣ ਜੇ ਤੇ ਧਿਆਨ ਨਾਲ ਇਹ ਬਚਨ ਸੁਣਿਆ, ਕਿਉਂਕਿ ਮਹਾਰਾਜ ਦਾ ਬਚਨ ਆ ਗਿਆ, ਸੇ ਗੁਰ ਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਜਿਨ੍ਹਾਂ ਨੇ ਕੰਨ ਦੇ ਕੇ ਸੁਣ ਲਿਆ, ਜਿਨ੍ਹਾਂ ਨੇ ਧਿਆਨ ਦੇ ਕੇ ਸੁਣਿਆ, ਉਹ ਫਿਰ ਜ਼ਰੂਰ ਯਤਨ ਕਰਨਗੇ ਵੀ ਮਹਾਰਾਜ ਨੇ ਤਾਂ ਬਚਨ ਕੀਤਾ, ਕੋਈ ਉਦਮ ਕੋਈ ਖੇਚਲ ਆਪਾਂ ਨੂੰ ਸੰਸਾਰ ਤੋਂ ਤਰਨ ਲਈ ਵੀ ਕਰਨੀ ਚਾਹੀਦੀ ਭਾਈ। ਤੇ ਫਿਰ ਉਹ ਅੱਧਾ ਘੰਟਾ ਪਹਿਲਾਂ ਉੱਠਣਗੇ, ਫਿਰ ਜਾਣ ਤੋਂ ਪਹਿਲਾਂ 5 ਬਾਣੀਆਂ ਪੜ੍ਹ ਲੈਣਗੇ, ਫਿਰ ਸ਼ਾਮ ਨੂੰ ਥੋੜੀ ਜਿਹੀ ਖੇਚਲ ਹੋਰ ਕਰਨਗੇ, ਭਾਵੇਂ ਥੱਕੇ ਹੋਣ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਕਰਨਗੇ। ਕਿਉਂ? ਕਿਉਂਕਿ ਉਹਨਾਂ ਨੇ ਬਚਨ ਧਿਆਨ ਨਾਲ ਸੁਣ ਲਿਆ ਸੀ ਵੀ ਮਹਾਰਾਜ ਨੇ ਆਖਿਆ ਕੁਝ ਉਦਮ ਕਰਿਆ ਕਰ ਸੰਸਾਰ ਤੋਂ ਤਰਨ ਵਾਸਤੇ ਵੀ। ਜਿਵੇਂ ਬਾਕੀ ਉਦਮ ਕਰਦਾ ਨਾ ਤੂੰ, ਜਿਵੇਂ ਬਾਕੀ ਇੰਨੀ ਖੇਚਲ ਕਰਦਾ ਸਾਰਾ ਦਿਨ ਜਾਂ ਸਾਰੀ ਜ਼ਿੰਦਗੀ, ਥੋੜੀ ਕੁ ਖੇਚਲ ਆਪਣੇ ਭਲੇ ਵਾਸਤੇ ਵੀ ਕਰ ਲਿਆ ਕਰ। ਪਰ ਇਹ ਗੱਲ ਉਦੋਂ ਹੀ ਚੇਤੇ ਆਉਣੀ ਹੈ ਸਾਧ ਸੰਗਤ ਜੀ ਜਿਸ ਦਿਨ ਆਪਾਂ ਧਿਆਨ ਨਾਲ ਉਪਦੇਸ਼ ਸੁਣਾਂਗੇ। ਨਹੀਂ ਤੇ ਸੈਂਕੜੇ ਵਾਰ ਇਹ ਪ੍ਰਮਾਣ ਆਪਾਂ ਰੋਜ਼ ਰਹਿਰਾਸ 'ਚ ਪੜ੍ਹਦੇ ਹਾਂ ਤੇ ਲੰਘ ਜਾਂਦੇ ਹਾਂ। ਤਾਂ ਮਹਾਰਾਜ ਚੌਥੇ ਪਾਤਸ਼ਾਹ ਕਹਿ ਰਹੇ, ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਨਾ ਜਿਹੜੇ ਧਿਆਨ ਨਾਲ ਸੁਣ ਲੈਂਦੇ ਗੁਰੂ ਦੇ ਉਪਦੇਸ਼ ਨੂੰ। ਸੇ ਗੁਰ ਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਕੰਨ ਦੇ ਕੇ ਸੁਣ ਲਿਆ, ਧਿਆਨ ਦੇ ਕੇ, ਉਹ ਧਨ ਨੇ। ਕਿਉਂਕਿ ਇੱਕ ਵਾਰ ਸੁਣ ਲਿਆ ਫਿਰ ਬੰਦਾ ਯਤਨ ਕਰਦਾ। ਹੁਣ ਕਬੀਰ ਸਾਹਿਬ ਦਾ ਬਚਨ ਹੈ ਨਾ ਬੜੇ ਕਮਾਲ ਦਾ। ਉਹ ਕਹਿੰਦੇ ਜਿੰਨੀ ਦੇਰ ਤਾਂ ਅਸੀਂ ਕੋਈ ਧਿਆਨ ਨਾਲ ਸੁਣਿਆ ਨਹੀਂ ਸੀ ਆਪਣੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਬਚਨ ਨੂੰ, ਉਨੀ ਦੇਰ ਤਾਂ ਬੇਫਿਕਰ ਸਾਂ। ਜਿੰਨੇ ਵਜੇ ਮਰਜ਼ੀ ਸੌਂ, ਜਿੰਨੇ ਵਜੇ ਮਰਜ਼ੀ ਉੱਠੋ, ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ, ਕੋਈ ਫਿਕਰ ਹੀ ਨਹੀਂ ਸੀ। ਪਰ ਕਹਿੰਦੇ ਜਿਸ ਦਿਨ ਤਾਂ ਧਿਆਨ ਨਾਲ ਆਪਣੇ ਗੁਰੂ ਦੀ ਗੱਲ ਨੂੰ ਸੁਣ ਲਿਆ ਤੇ ਬਲਾ ਗਲ ਪਾ ਲਈਏ। ਉਹ ਕਬੀਰ ਸਾਹਿਬ ਕਹਿੰਦੇ ਨਾ ਪੂਰੀ ਪਰੀ ਬਲਾਏ। ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ। ਕਹਿੰਦੇ ਜਿਨ੍ਹਾਂ ਨੇ ਨਹੀਂ ਸੀ ਕੁਝ ਜਾਣਿਆ, ਨਹੀਂ ਸਮਝਿਆ, ਨਹੀਂ ਸੁਣਿਆ ਧਿਆਨ ਨਾਲ,
वो अपनी सुख की नींद सौंदे, सुख की नींद उठते आ, मर्जी का खांदे, मर्जी का पींदे, क्योंकि फिक्र ही नहीं, सुनिया नहीं ना अजे तक। कबीर जिन्हों किछु जानिया नहीं, तिन सुख नींद बिहाए, हम हो जो बूझा बूझना पूरी परी बलाए। कहते मैं आ गल बुझ की लई, बस मैनू आ गल समझ आ गई तो बला गल पै गई मेरे। हुण मैं ना मर्जी ना सौ सकता, ना मर्जी ना उठ, मैनू पता लग गया इन्ने बजे उठना चाहिए भाई, मैनू उहो ही समा नींद दा हुंदा। ते कबीर साहब कहते मैनू समझ आ गई, नहीं भाई ये तो उठना पैना, ये तो उठण दा समा, ये तो चौथा पैर लग गया रात का, इस वेले तो हुण मैं सुता रह नहीं सकता। कहते मैं तो बड़ा गल पा ली, नहीं सी पता तो चंगे सा, ये पता की लग गया। कहते हुण तो सारा कुछ ही बदल गया। हम हो जो बूझा बूझना पूरी परी बलाए। कहते मैं गल तक ही बुझ लई, हुण ये बला गल पै गई मेरे, हुण मैं उठना पैंदा, उस वेले उठ के राम राम जपना पैंदा, शाम नूं फिर जपना पैंदा। सारा दिन कबीर साहब अपनी खड्डी की किरत करते धर्म की, पर कहते हुण मैनूं समझ आ गई है, सरंजाम लाग भावजल तरन कै। जिस दिन सिख नूं समझ आ जाएगी ना, महाराज ने आख्या कुछ भावजल तो तरन वास्ते भी खेचल कर लिया कर थोड़ी क, बाकी खेचल आप अपने शरीर लिए परिवार लिए करनी है। आप अपने परिवार लिए 8-10 घंटे खेचल कर सकते हैं, तो संसार तो तरन वास्ते भी अद्धा पौना घंटा कढ़िया करिए, कुछ सवेरे कुछ शाम नूं। इसलिए महाराज ने आख्या गुरमुखों, मैं ना गुरु के सिखां नूं धन कहना जिहड़े ध्यान नाल सुन लेंदे गल। से गुर सिख धन धन है, जिनी गुर उपदेश सुनिया हर कन्नी, गुर सतगुर नाम दृढ़ाया। जिन्हां नूं गुरु साहब जी ने नाम दृढ़ करवा दिता। तिन हौमै दुबदा भन्नी, कहंदे उन्हां दे अंदरों हौमै चली गई, दुबदा खत्म हो गई, भन सुट्टी उन्हां ने अपनी हौमै, हंकार भी चले गया उन्हां दे अंदरों ते दुबदा भी चली गई। हंकार छड्ड दिता, दुबदा दा अर्थ हुंदा साध संगत जी दुचित्ती जी मन च बनी रहनी, भई कदे मन करना कर लो नितनेम, कदे आखना इहदे नाल की फर्क पै जाना, इहनूं कहंदे दुबदा। कदे मन करना चलो संगत करिए 10 मिनट महाराज नूं मत्था टेकीए दर्शन करिए, कदे आखना कोई नहीं इक्को ही गल है, ये हुंदी दुबदा। कहंदे उन्हां गुरमुखां ने अपने अंदरों दुबदा खत्म कर दित्ती, उन्हां दे अंदरों हंकार चलिया गया। गुर सतगुर नाम दृढ़ाया, तिन हौमै दुबदा भन्नी, बिन हर नावे को मित्र नाही। कहंदे पता लग गया हुण हरि दे नाम तो बिना मित्र कोई नहीं हैगा। मित्र कनेड़े घर थकी मेरा दुख घट है कोई। संसार विच मित्रता हुंदी है, पर सिर्फ शरीर रहण तक। परलोक विच कोई मित्र बांह नहीं फड़ सकता, यह सच्ची गल है। हाँ, संसार विच जरूर मित्रता हुंदी है। तां कहंदे ना भी तू महाराज नूं मित्र बना भाई, या गुरमुखां नूं मित्र बना। पर इस गल की सोझी आ गई भी परलोक विच परमात्मा दे नाम तो बिना कोई मित्र नहीं है। बिन हर नावे को मित्र नाही, विचार डिठा हर जनी। कहंदे हरि दे जना ने विचार करके देख लई, परमात्मा दे नाम तो बिना परलोक विच मित्र किसे ने नहीं बनना। गुरु नानक पातशाह जी का शब्द आप पढ़ते ना सूही राग विचों, सूही महला पहला उजल कहा चिलकना घोट मकालड़ी मास धोतिया जूसना उथरे जे सो धोवां ते सो सज्जण सेई नाल मैं चलदियां नाल चलां। कहंदे सज्जण किहनूं कहीदा, जिहड़ा परलोक विच भी तेरे लागे खड़ा दिसे तैनूं छडाउण लई। सज्जण सेई नाल मैं चलदियां नाल चलान, जिथे लेखा मंगीए तिथे खड़े दिसन। जिथे तेरे को लेखा मंगिया जाना उत्थे भी जिहड़ा छडाउण लई तैनूं कोल खड़ा होवे वो तेरा सज्जण है। परलोक विच भी तेरा छुटकारा करवा देवे, ओहदी परलोक तक पहुंच होवे, ते ओह सज्जण सिर्फ गुरु साहब ने। संसार विच सज्जण मित्र हुंदे ने, चंगे ने, चंगी गल है, पर कहंदे संसारी मित्रां दी पहुंच परलोक तक कदे नहीं हुंदी। उत्थे सिर्फ महाराज दी पहुंच, उत्थे मित्र सिर्फ परमात्मा दा नाम ही है। बिन हर नावे को मित्र नाही, विचार डिठा हर जनी। कहंदे हरि जना ने विचार के देख लिया, परमात्मा दे नाम तो बिना परलोक च मित्रता नहीं किसी ने निभाउणी। परलोक दा संगी नहीं है कोई नाम तो बिना।
जिन्हां गुरसिखां को हर संतुष्ट है, कहते जिन्हां गुरु के सिखां ते हरि प्रसन्न है, रब प्रसन्न है, अकाल पुरख जिन्हां ते खुश है। जिन्हां गुरसिखां को हर संतुष्ट है, तिनी सतगुर की गल मन्नी, कहते उन्होंने सतगुरु की गल मान ली भाई। जिन्हें गुरु की गल मान ली समझ लो ते परमात्मा खुश है। जिन्हें गुरु साहब जी का वचन मान लिया, मान लो केड़ा वचन मान लिया, जेड़ा मर्जी वचन गुरु साहब जी का सुन के आप मान सकते हैं, मान लिया समझ लो परमात्मा। मान लो आह चौथे पातशाह जी का शब्द है, गुर सतगुर का जो सेखा खाए सो भलके उठ हर नाम ध्यावै। जेड़ा गुरु का सिख खवाउंदा है वो सवेरे उठ के नाम जरूर जपे। हुण जिन्हें मान ली है गुरु साहब जी की ये जिहड़ी सलाह सी, जिन्हें गुरु की गल मान ली भी चौथे पातशाह कहंदे गुर सतगुर का जो सिख खाए सो भलके उठ हर नाम ध्यावै। जेड़ा गुरु का सिख खवाउंदा वो सवेरे उठ के नाम जरूर ध्यावे। जिन्हें मान ली समझ लो ਉਹਦੇ ਤੇ परमात्मा खुश है। जिन्हें सवेरे उठ के जपना शुरू कर दिता। भाई वीर सिंह जी ने बड़ा सोहना बचन लिखिया, वो कहते गुरमुखो घट्टो घट 5 मिनट, सिर्फ 5 मिनट सवेरे बंदा उठ के वाहिगुरू वाहिगुरू कर ले तो वह संसार समुद्र तो तर जाएगा। उन्होंने पूछा भी इदा कि जी 5 मिनटा ना कि तर सकता कोई, भी 5 मिनट तो कोई गल भी ना हुई। वो कहते मान लो किसी बंदे की उम्र 60 साल, किसी की 70 साल, किसी की 80 साल, किसी की 90 साल, ਉਹਦਾ बचपन पासे कढ़ के ना ते ਉਹਦੀ बाकी उम्र के सारे 5-5 मिनट रोज एक थां ते इकट्ठे कर लो, इन्ना क भजन हो जाएगा वो बंदा आराम नाल तर जाएगा। 5 मिनट की इन्नी महानता है। कहते जे मान लो किसी को जदों सोझी आ गई, कोई 40 साल का सी जदों उन्होंने सोझी आई भी जपना चाहिए, वो सारी उम्र 90 साल है तो 50 साल वो हो गए ना, उन्हें 50 सालों च उन्हें रोज़ सवेरे उठ के 5 मिनट जपया तो 50 सालों के 5-5 मिनट रोज़ दे एक थां ते इकट्ठे करो, किन्ने हो गए। इसलिए भाई वीर सिंह ने आख्या गुरमुखो घट्टो घट गुरु का सिख सवेरे उठ के 5 मिनट तो जपे, जिन्ना वध जप सकता जपे। पर वो कहते इन्ना भी जे नहीं करता तो फिर नहीं सिख खवा सकता, क्योंकि गुर सतगुर का जो सेखा खाए सो भलके उठ हर नाम ध्यावै। जिन्हां गुरसिखां को हर संतुष्ट है तिनी सतगुर की गल मन्नी, कहते जिन्हां उत्ते रब परमात्मा प्रसन्न उन्हें गुरु की गल मान ली। जो गुरमुख नाम ध्याएंदे, जिन्हां गुरमुखां ने नाम ध्याया तिनी चढ़ी चवगण वन्नी, वन्नी हुंदी रंगत, चवगण हुंदी 4 गुणा। कहते उन्होंने नाम की रंगत रोज 4 गुणा चढ़ती, उन्होंने तो कहते 4 गुणा रंगत चढ़ी है। जो गुरमुख नाम ध्याएंदे, जिहड़े गुरमुख नाम ध्याउंदे उन्होंने चौगणी परमात्मा के नाम की रंगत चढ़ती जाती। ये सतगुरु गुरु रामदास महाराज सच्चे पातशाह जी ने साध संगत जी कृपा की। धन गुरु रामदास गुरु ग्रंथ साहब सच्चे पातशाह जी महाराज साडे ते भी कृपा करन, आपां भी सवेरे उठ के थोड़ा थोड़ा जप लिया करिए। ये अरदास है सच्चे पातशाह जी के चरणों च, गुरु साहब जी अपने ते रहमत करन, तुहाडी मेरी सब की हाजरी सच्चे पातशाह जी के दर ते प्रवान हो गई। जरूर यतन करना चाहिए, जरूर सवेरे उठ के थोड़े तो थोड़ा ही बंदा जपण का यतन करे, जरूर भला हो जाएगा। सो भुलां चुकां दी खिमा जी, लेखा कते न छुटिया खिन खिन भूलणहार, बख्शणहार बख्शला नानक पार उतार। अगले शब्द की कथा फिर आप कल सवेर नूं साध संगत जी करांगे, जिवें महाराज सच्चे पातशाह जी कृपा करनगे। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। रामकली महला तीजा। आनंद एक ओंकार सतगुर प्रसाद, आनंद पाया मेरी माए, सतगुरु मैं पाया, सतगुर दा पाया सह सेती, मन वजिया वाधाइया, राग रतन परवार परिया, शब्द गान आईया, शब्दो ता गाहो हरि केरा, मन जिन्हें वसाया, कहे नानक आनंद होवा, सतगुरु मैं पाया। ये मन मेरा तू सदा रहो हर नाले, हर नाल रहो तू मन मेरे, दुख सब विसारना, अंगीकार हो करे तेरा, कारज सब सवारना। सबना गल्लां समरथ सुआमी, सो क्यों मनो वसारे, कहे नानक मन मेरे, सदा रहो हर नाले, सचे साहिबा क्या नाही कर तेरा।
ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਹੈ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਧ ਜਿਨ ਕਹੋ ਸੇ ਨਾਮ ਹਰਿ ਕਹਿ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,